ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ। ਸਾਹਿਬ ਜੀ ਦੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਪ, ਜਿਸ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। ਅੱਜ 37ਵੀਂ ਪੌੜੀ ਦੀ ਵਿਚਾਰ ਅਸੀਂ ਕਰਨੀ ਹੈ। ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਨਾਲ ਇਹ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਨਿਭਾ ਰਹੇ ਹਨ। ਤੇ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਜਪ ਬਾਣੀ ਦੀ 37ਵੀਂ ਪੌੜੀ ਦੀ ਵਿਚਾਰ ਆਪ ਜੀ ਨਾਲ ਆਰੰਭ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਵੀਰ ਜੀ ਨੇ ਦੱਸਿਆ ਹੈ ਕਿ ਅੱਜ ਆਪਾਂ ਰਲ ਮਿਲ ਕੇ 37ਵੀਂ ਪੌੜੀ ਦੀ ਵਿਚਾਰ ਕਰਨੀ ਹੈ ਤੇ ਨਾਲ ਹੀ ਜੋ ਕੱਲ 36ਵੀਂ ਪੌੜੀ ਦੀ ਆਪਾਂ ਅਰਥ ਸਮਝੇ ਸਨ, ਉਸ ਪੌੜੀ ਦੇ ਬਾਰੇ ਵੀ ਕੁਝ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਹਨ, ਜੋ ਮੁੱਖ ਤੌਰ ਦੇ ਉੱਤੇ ਸਰਮਖੰਡ ਦੀ ਵਿਆਖਿਆ ਕਰਨ ਦਾ ਆਪਾਂ ਯਤਨ ਕਰਨਾ ਹੈ। ਇਸ ਤੋਂ ਪਹਿਲਾਂ ਕਿ ਆਪਾਂ ਉਹ ਵਿਚਾਰ ਆਰੰਭ ਕਰੀਏ, ਆਓ ਪਹਿਲੇ 37ਵੀਂ ਪੌੜੀ ਦਾ ਇੱਕ ਵਾਰ ਪਾਠ ਕਰ ਲਈਏ ਜੀ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾਏ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਏ, ਤਿੱਥੈ ਭਗਤ ਵਸੈ ਕੇਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾਂਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਗੁਰੂ ਪਿਆਰਿਓ, ਇਸ ਪੌੜੀ ਦੀ ਵਿਚਾਰ ਆਪਾਂ ਸਰਮਖੰਡ ਦੀ ਵਿਚਾਰ ਕਰਨ ਤੋਂ ਬਾਅਦ ਕਰਾਂਗੇ। ਜੋ ਸਰਮਖੰਡ ਦੀ ਪੌੜੀ ਹੈ, 36ਵੀਂ ਪੌੜੀ, ਜਿਸ ਵਿੱਚ ਸਤਿਗੁਰਾਂ ਨੇ ਸਰਮਖੰਡ ਦੀ ਜੋ ਵਿਆਖਿਆ ਕੀਤੀ ਹੈ, ਗਿਆਨ ਖੰਡ ਦੀ ਜੋ ਵਿਆਖਿਆ ਕੀਤੀ ਹੈ 36ਵੀਂ ਪੌੜੀ ਦੇ ਵਿੱਚ, ਤਾਂ ਉਹਦੇ ਵਿੱਚ ਸਤਿਗੁਰਾਂ ਨੇ ਮੈਂ ਕੁਝ ਥੋੜਾ ਕਨਫਿਊਜ਼ ਹੋ ਰਿਹਾ ਜੀ। ਹਾਂਜੀ, ਗਿਆਨ ਖੰਡ ਦੀ ਵਿਆਖਿਆ ਤੋਂ ਜਿਹੜੀ ਅਗਲੀ ਪੌੜੀ ਹੈ 36ਵੀਂ, ਉਹਦੇ ਸਰਮਖੰਡ ਦੀ ਸਤਿਗੁਰਾਂ ਨੇ ਵਿਆਖਿਆ ਕੀਤੀ ਹੈ, ਜਿਹਦੇ ਵਿੱਚ ਸਤਿਗੁਰਾਂ ਨੇ ਜੋ ਪਹਿਲੀਆਂ ਦੋ ਪੰਕਤੀਆਂ ਹਨ, ਉਹਦੇ ਵਿੱਚ ਗਿਆਨ ਖੰਡ ਦੇ ਬਾਰੇ ਦੱਸ ਕੇ ਕਿ ਗਿਆਨ ਖੰਡ ਜਿਹੜਾ ਹੈ, ਉੱਥੇ
ਜੋ ਉਹਦਾ ਲੱਛਣ ਹੈ ਸਭ ਤੋਂ ਜ਼ਿਆਦਾ ਵੱਡਾ, ਉਹ ਪ੍ਰਚੰਡ ਗਿਆਨ ਹੈ, ਜਿਸ ਗਿਆਨ ਦੇ ਮਿਲਣ ਦੇ ਨਾਲ, ਨਾਮ ਸਿਮਰਨ ਦੇ ਵਿੱਚ ਜੁੜਨ ਨਾਲ, ਉਹਦੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੇ ਨਾਲ, ਤਾਂ ਉਸ ਤੋਂ ਬਾਅਦ ਜੋ ਹੈ ਵਿਅਕਤੀ ਆਨੰਦ ਦੇ ਨਾਲ, ਜਦੋਂ ਉਹਦੀ ਉਹ ਗਿਆਨ ਵਾਲੀ ਦ੍ਰਿਸ਼ਟੀ ਬਣਦੀ ਹੈ, ਉਹ ਅਨੁਭਵ ਗਿਆਨ ਦੀ ਦ੍ਰਿਸ਼ਟੀ ਬਣਦੀ ਹੈ, ਤਾਂ ਫਿਰ ਆਨੰਦ ਤੇ ਵਿਸਮਾਦ ਦੀ ਅਵਸਥਾ ਵਿੱਚ ਉਹ ਵਿਅਕਤੀ ਚਲਾ ਜਾਂਦਾ ਹੈ। ਹੁਣ ਇੱਥੇ ਤੱਕ ਗਿਆਨ ਖੰਡ ਦੀ ਪਹਿਲੀਆਂ 2 ਪੰਕਤੀਆਂ ਦੇ ਵਿੱਚ ਵਿਆਖਿਆ ਹੈ, ਤੇ ਬਾਕੀ ਦੀਆਂ ਜੋ 6 ਪੰਕਤੀਆਂ ਹਨ, ਉੱਥੇ ਸਤਿਗੁਰਾਂ ਨੇ ਸਰਮ ਖੰਡ ਦੀ ਵਿਆਖਿਆ ਕੀਤੀ ਹੈ। ਇੱਕ ਵਾਰੀ ਆਪਾਂ ਰਿਵਾਈਜ਼ ਕਰਨ ਲਈ ਇਹਨੂੰ ਪੜ੍ਹ ਲਈਏ ਜੀ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿਦਾਂ ਕੀ ਸੁਧ। ਹੁਣ ਇਹ ਇੱਕ 6 ਪੰਕਤੀਆਂ ਦੇ ਜੋ ਪੌੜੀ ਦਾ ਹਿੱਸਾ ਹੈ, ਜਿਹਦੇ ਵਿੱਚ ਸਰਮ ਖੰਡ ਦੀ ਸਤਿਗੁਰਾਂ ਨੇ ਵਿਆਖਿਆ ਕੀਤੀ ਹੈ, ਇਹਨੂੰ ਅਸੀਂ ਜੇ ਪੜ੍ਹੀਏ ਤੇ ਇਹਨੂੰ 2-2 ਪੰਕਤੀਆਂ ਦੇ ਅਸੀਂ 3 ਹਿੱਸੇ ਕਰ ਸਕਦੇ ਹਾਂ। ਪਹਿਲੇ ਹਿੱਸੇ ਦੇ ਵਿੱਚ ਸਤਿਗੁਰਾਂ ਨੇ ਸਰਮ ਖੰਡ ਕੀ ਬਾਣੀ ਰੂਪ, ਜਿਵੇਂ ਕਿ ਆਪਾਂ ਇਹਦੀ ਵਿਚਾਰ ਕੱਲ ਕਰ ਚੁੱਕੇ ਹਾਂ ਕਿ ਇਹਦੀ ਬਣਤਰ ਰੂਪ ਹੈ, ਸੁੰਦਰਤਾ ਹੈ, ਔਰ ਇਸ ਖੰਡ ਦੇ ਵਿੱਚ ਆ ਕੇ ਜਿਹੜੀ ਘਾੜਤ ਘੜੀ ਜਾਂਦੀ ਹੈ ਉਹ ਅਤ ਅਨੂਪ ਹੈ, ਬਹੁਤ ਅਨੂਪ ਹੈ, ਬੜੀ ਸੁੰਦਰ ਹੈ। ਤੇ ਅੱਗੇ ਸਤਿਗੁਰੂ ਕਹਿੰਦੇ ਹਨ ਕਿ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਇਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਇਹ ਇਤਨੀ ਸੁੰਦਰ ਔਰ ਅਨੂਪ ਹੈ ਜਿਹੜੀ ਘਾੜਤ ਘੜੀ ਜਾਂਦੀ ਹੈ ਸਰਮ ਖੰਡ ਵਿੱਚ ਆ ਕੇ। ਜੇ ਕੋਈ ਬੰਦਾ ਇਹਦੇ ਵਿਆਖਿਆ ਕਰਨ ਦੀ, ਇਹਨੂੰ ਦੱਸਣ ਦੀ, ਬਿਆਨ ਕਰਨ ਦੀ, ਕਥਨ ਦਾ ਯਤਨ ਕਰੇ, ਤਾਂ ਉਹਦੇ ਹੱਥ ਸਵਾਏ ਪਛਤਾਵੇ ਦੇ ਹੋਰ ਕੁਝ ਨਹੀਂ ਲੱਗਦਾ। ਜੇ ਕੋ ਕਹੈ ਪਿਛੈ ਪਛਤਾਏ। ਤੇ ਆਖਰੀ 2 ਪੰਕਤੀਆਂ ਵਿੱਚ ਸਤਿਗੁਰੂ ਜੀ ਕਹਿੰਦੇ ਹਨ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇਹ ਸਾਰੇ ਸਾਡੇ ਅੰਤःਕਰਨ ਦੇ ਹਿੱਸੇ ਹਨ, ਅੰਦਰ ਦੇ ਹਿੱਸੇ ਹਨ। ਇਹਨਾਂ ਦੀ ਵਿਆਖਿਆ ਵੱਖੋ ਵੱਖ ਵਿਦਵਾਨ ਵੱਖ-ਵੱਖ ਢੰਗ ਨਾਲ ਕਰਦੇ ਹਨ। ਆਪਾਂ ਉਹਦੇ ਬਾਰੇ ਵੀ ਅੱਗੇ ਚੱਲ ਕੇ ਕੁਝ ਗੱਲ ਕਰਾਂਗੇ। ਤੇ ਤਿੱਥੈ ਘੜੀਐ ਸੁਰਾਂ ਸਿਦਾਂ ਕੀ ਸੁਧ। ਇਹਨਾਂ ਦੋਨੋਂ ਪੰਕਤੀਆਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਰਮ ਖੰਡ ਦੇ ਵਿੱਚ ਆ ਕੇ ਮਨੁੱਖ ਦੀ ਘਾੜਤ ਜਿਹੜੀ ਹੈ ਉਹ ਸੁਰਤੀ ਦੀ, ਮਤ ਦੀ, ਤੇ ਮਨ ਦੇ ਵਿੱਚ ਬੁੱਧੀ ਦੀ ਐਸੀ ਘਾੜਤ ਘੜੀ ਜਾਂਦੀ ਹੈ ਕਿ ਅਵਸਥਾ ਮਨੁੱਖ ਦੀ ਉਹ ਬਣ ਜਾਂਦੀ ਹੈ ਜੋ ਅਤ ਉੱਚੀ ਅਵਸਥਾ ਗਿਣਦੇ ਹਾਂ। ਸੁਰਾਂ ਤੇ ਸਿੱਧਾਂ ਦੀ ਜੋ ਅਵਸਥਾ ਹੈ ਉਹ ਬਣ ਜਾਂਦੀ ਹੈ। ਇੰਨੀ ਉੱਚੀ ਅਵਸਥਾ ਤੱਕ ਇਹ ਲਿਜਾਣ ਦਾ ਜਿਹੜਾ ਪ੍ਰੋਸੈਸ ਹੈ ਉਹ ਸਰਮ ਖੰਡ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਹੁੰਦਾ ਹੈ। ਹੁਣ ਇਹ ਬੜੀ ਛੋਟੀ ਜਿਹੀ ਹਿੱਸਾ ਹੈ ਪੌੜੀ ਦਾ, ਜਾਂ ਪੌੜੀ ਇਹ ਬੜੀ ਸੰਖੇਪ ਹੈ, ਪਰ ਜਿੰਨੇ ਥੋੜੇ ਲਫ਼ਜ਼ ਸਤਿਗੁਰਾਂ ਨੇ ਇਹਦੇ ਵਿੱਚ ਵਰਤੇ ਹਨ, ਉਨੀ ਹੀ ਇਹਦੀ ਵਿਚਾਰ ਡੂੰਘੀ ਹੈ। ਤੇ ਆਓ ਵਿਚਾਰ ਸ਼ੁਰੂ ਕਰਨ ਤੋਂ ਪਹਿਲੇ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕਰੀਏ ਕਿ ਇਸ ਪੌੜੀ ਦੇ ਉਪਦੇਸ਼ ਦਾ ਸਾਨੂੰ ਕੁਝ ਕੁ ਹਿੱਸਾ, ਕੁਝ ਕਿਣਕਾ ਮਾਤਰ ਹੀ ਸਾਡੀ ਸਮਝ ਵਿੱਚ ਆ ਜਾਵੇ, ਤਾਂ ਕਿ ਅਸੀਂ ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਅਮਲ ਕਰਨ ਦਾ ਯਤਨ ਕਰਨਾ ਸ਼ੁਰੂ ਕਰ ਸਕੀਏ। ਤੋ ਸਰਮ ਖੰਡ ਜਿਹੜਾ ਹੈ, ਜਾਂ ਸਰਮ ਖੰਡ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ, ਤੇ ਇਸ ਸ਼ਬਦ ਦੇ ਬਾਰੇ ਇਹਦੇ ਅਰਥ ਕੀ ਹਨ, ਇਹਦੇ ਬਾਰੇ ਵੀ ਵਿਦਵਾਨਾਂ ਵਿੱਚ ਕਈ ਵਿਚਾਰ ਹਨ, ਜਾਂ ਕਹਿ ਲਈਏ ਕਿ ਮਤਭੇਦ ਹਨ। ਮਤਭੇਦ ਤਾਂ ਨਹੀਂ, ਹਰ ਇੱਕ ਦੇ ਆਪੋ ਆਪਣੇ ਵਿਚਾਰ ਹਨ। ਆਮ ਜਿਹੜਾ ਇਹਦਾ ਪ੍ਰਵਾਨਿਤ ਅਰਥ ਹੈ ਉਹ ਹੈ ਕਿ ਸ਼ਰਮ ਦਾ ਮਤਲਬ ਹੈ ਉਦਮ ਤੇ ਮਿਹਨਤ, ਔਰ ਇਹਦਾ ਮੂਲ ਜੋ ਹੈ ਸੰਸਕ੍ਰਿਤ ਦਾ ਸ਼ਬਦ ਹੈ ਸ਼ਰਮ, ਜਿਸ ਤੋਂ ਪੰਜਾਬੀ ਦਾ ਰੂਪ ਸਰਮ ਜਾਂ ਸ਼ਰਮ ਹੈ।
ਪਰ ਕੁਝ ਵਿਦਵਾਨ ਇਸ ਸ਼ਬਦ ਨੂੰ ਫਾਰਸੀ ਦੇ ਸ਼ਰਮ ਲਫ਼ਜ਼, ਜਿਹਦਾ ਮਤਲਬ ਹਯਾ, ਜੇ ਅਸੀਂ ਆਮ ਭਾਸ਼ਾ ਵਿੱਚ ਕਹਿੰਦੇ ਹਾਂ ਵੀ ਸ਼ਰਮ ਆਉਂਦੀ ਹੈ, ਤਾਂ ਉਹ ਹਯਾ ਦੇ ਨਾਲ ਇਹਨੂੰ ਜੋੜ ਲੈਂਦੇ ਹਨ ਤੇ ਇਹਦੇ ਅਰਥ ਨਿਮਰਤਾ ਦੇ ਰੂਪ ਦੇ ਵਿੱਚ ਕਰਦੇ ਹਨ। ਤਾਂ ਇਹ ਸ਼ਬਦ ਦੋਵਾਂ ਭਾਸ਼ਾ ਦੇ ਵਿੱਚ ਮੌਜੂਦ ਹੋਣ ਕਰਕੇ ਵਿਦਵਾਨਾਂ ਦੇ ਵਿੱਚ ਕੁਝ ਕਨਫਿਊਜ਼ਨ ਹੈ। ਕੁਝ ਇਹਨੂੰ, ਕਈ ਵਿਦਵਾਨਾਂ ਨੇ ਤਾਂ ਇਹਨੂੰ ਸ਼ਰਮ ਭਾਵ ਮਿਹਨਤ ਉਦਮ ਦੇ ਅਰਥਾਂ ਦੇ ਵਿੱਚ, ਸੰਸਕ੍ਰਿਤ ਮੂਲ ਵਾਲੇ ਜੋ ਅਰਥ ਹਨ ਉਹਨਾਂ ਦੇ ਵਿੱਚ ਲਿਆ ਹੈ। ਕਈਆਂ ਨੇ ਇਹਨੂੰ ਫਾਰਸੀ ਵਾਲਾ ਅਰਥ ਲਿਆ ਹੈ, ਔਰ ਕਈ ਜਿਹੜੇ ਹਨ ਉਹਨਾਂ ਨੇ ਇਹਨਾਂ ਦੋਵਾਂ ਅਰਥਾਂ ਨੂੰ ਮਿਲਾ ਕੇ ਇਹਦੇ ਵਿੱਚ ਉਹਨਾਂ ਨੇ ਯਤਨ ਕੀਤਾ ਹੈ। ਤਾਂ ਇਹਦੇ ਕਰਕੇ ਇਹ ਅਰਥਾਂ ਦੇ ਵਿੱਚ, ਇਹਦੀ ਇੰਟਰਪ੍ਰੀਟੇਸ਼ਨ ਦੇ ਵਿੱਚ ਕਈ ਭੇਦ ਬਣ ਗਏ ਹਨ। ਕੋਈ ਇੱਕ ਭਾਸ਼ਾ ਦੀ ਟੇਕ ਲੈਂਦਾ ਹੈ, ਕੋਈ ਦੂਜੀ ਭਾਸ਼ਾ ਦੀ। ਤੇ ਭਾਈ ਵੀਰ ਸਿੰਘ ਜੀ ਨੇ ਇਹਦੇ ਬਾਰੇ ਬਾਕੀਆਂ ਤੋਂ ਵੀ ਥੋੜੀ ਜਿਹੀ ਵੱਖਰੀ ਜੋ ਹੈ ਉਹ ਉਹਨਾਂ ਨੇ ਵਿਆਖਿਆ ਕੀਤੀ ਹੈ। ਉਹਨਾਂ ਨੇ ਸ਼ਰਮ ਨੂੰ ਸੰਸਕ੍ਰਿਤ ਦਾ ਹੀ ਇੱਕ ਲਫ਼ਜ਼ ਹੈ ਸ਼ਰਮਨ, ਉਹਦੇ ਨਾਲ ਜੋੜ ਕੇ ਇਹਦੇ ਅਰਥ ਉਹਨਾਂ ਨੇ ਆਨੰਦ ਕੀਤੇ ਹਨ, ਖੇੜਾ ਕੀਤੇ ਹਨ। ਤੇ ਰੂਪ, ਚੁੱਕੇ ਰੂਪ ਦਾ ਅਰਥ ਅਸੀਂ ਸੁੰਦਰ ਰੂਪ ਜਾਂ ਸੌਂਦਰਯ ਦੇ ਰੂਪ ਦੇ ਵਿੱਚ ਲੈਂਦੇ ਹਨ, ਉਹ ਸੌਂਦਰਯ ਤੇ ਆਨੰਦ ਨੂੰ ਜੋੜ ਕੇ ਇਹਨੂੰ ਸੁੰਦਰਤਾ ਤੇ ਆਨੰਦ ਦਾ ਖੰਡ ਕਹਿੰਦੇ ਹਨ। ਖੈਰ, ਵਿਦਵਾਨਾਂ ਦੇ ਜੋ ਵੀ ਮਤਭੇਦ ਹਨ, ਅਗਰ ਅਸੀਂ ਉਹਨਾਂ ਦੀ ਸਾਰੀ ਚਰਚਾ ਕਰਾਂਗੇ ਤੇ ਅਸੀਂ ਆਪ ਵੀ ਇਹਨਾਂ ਗੁੰਝਲਾਂ 'ਚ ਫਸ ਕੇ ਰਹਿ ਜਾਵਾਂਗੇ। ਅਸੀਂ ਅੱਜ ਦੇ ਵਿਚਾਰ ਵਿੱਚ ਇਹਦੇ ਅਰਥ ਜੋ ਵਿਆਕਰਣ ਦੇ ਅਨੁਸਾਰ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਹਨ ਉਹੀ ਲੈ ਕੇ ਚੱਲ ਰਹੇ ਹਾਂ, ਕਿਉਂਕਿ ਪੂਰੀ ਪੌੜੀ ਦੇ ਜੋ ਅਰਥ ਹਨ ਉਹਨਾਂ ਦੇ ਨਾਲ ਉਹੀ ਅਰਥ ਜਿਹੜੇ ਹਨ ਉਹ ਟੁਕਦੇ ਹਨ। ਤੋ ਉਸ ਨੂੰ ਅਸੀਂ ਲੈ ਕੇ ਚੱਲਾਂਗੇ। ਤੇ ਜਦੋਂ ਇਹਨਾਂ ਅਰਥਾਂ ਦੀ ਗੱਲ ਕਰੀਏ, ਥੋੜੀ ਜਿਹੀ ਆਪਾਂ ਵਿਚਾਰ ਕਰ ਲਈਏ ਕਿ ਸ਼ਰਮ ਦਾ ਸਿੱਧਾ ਅਰਥ ਤਾਂ ਹੈ ਮਿਹਨਤ ਜਾਂ ਉਦਮ, ਅਸੀਂ ਕਹਿ ਲਈਏ ਕੋਈ ਕੰਮ ਨੂੰ ਕਰਨ ਦਾ ਯਤਨ ਜਦੋਂ ਅਸੀਂ ਕਰਦੇ ਹਾਂ ਤੇ ਕਹਿੰਦੇ ਹਾਂ ਵੀ ਸ਼ਰਮ ਕੀਤਾ ਹੈ। ਤਾਂ ਇਹ ਜਿਹੜੇ ਅਰਥ ਹਨ ਇਹਨਾਂ ਦਾ ਮੂਲ ਜਿਹੜਾ ਹੈ ਸੰਸਕ੍ਰਿਤ ਵਿੱਚ ਵੀ ਕਿੱਥੋਂ ਆਇਆ ਤੇ ਸਾਨੂੰ ਉਹ ਸਮਝ ਲਈਏ ਤੇ ਅਰਥਾਂ ਦੀ ਥੋੜੀ ਜਿਹੀ ਹੋਰ ਸਾਨੂੰ ਮਤਲਬ ਸਪਸ਼ਟ ਹੋ ਜਾਣਗੇ। ਇਹ ਸ਼ਬਦ ਦਰਅਸਲ ਜੋ ਆਰੀਆਂ ਦੇ ਇਸ ਦੇਸ਼ ਦੇ ਵਿੱਚ ਆਉਣ ਤੋਂ ਪਹਿਲੇ ਜੋ ਇੱਥੇ ਵਿਚਾਰਧਾਰਾਵਾਂ ਚੱਲ ਰਹੀਆਂ ਸਨ, ਇਹ ਉਹਨਾਂ ਦੇ ਵਿੱਚੋਂ ਇਹ ਸ਼ਬਦ ਆਇਆ ਹੈ, ਮੰਨਿਆ ਜਾਂਦਾ ਹੈ। ਕਈ ਵਿਦਵਾਨ ਐਸਾ ਮੰਨਦੇ ਹਨ। ਉਹਨਾਂ ਵਿਚਾਰਧਾਰਾਵਾਂ ਨੂੰ ਅੱਜ ਵੀ ਸ਼੍ਰਮਣ ਵਿਚਾਰਧਾਰਾ ਕਹੀ ਜਾਂਦੀ ਹੈ, ਜਿਹਦੇ ਵਿੱਚ ਅੱਜ ਮੁੱਖ ਤੌਰ ਦੇ ਉੱਤੇ ਅਸੀਂ ਬੁੱਧ ਤੇ ਜੈਨ ਧਰਮ ਨੂੰ ਸ਼੍ਰਮਣ ਵਿਚਾਰਧਾਰਾ ਦੇ ਨੁਮਾਇੰਦੇ ਗਿਣਦੇ ਹਾਂ, ਜਿਨ੍ਹਾਂ ਚੋਂ ਬੁੱਧ ਧਰਮ ਦਾ ਜਨਮ ਤਾਂ ਆਰੀਆਂ ਦੇ ਆਉਣ ਤੋਂ ਬਾਅਦ ਹੋਇਆ, ਪਰ ਜੈਨ ਧਰਮ ਉਹਨਾਂ ਦੇ ਇੱਥੇ ਆਉਣ ਦੇ ਸਮੇਂ ਤੋਂ ਕਾਫੀ ਪਹਿਲਾਂ ਤੋਂ ਜਿਹੜਾ ਹੈ ਚੱਲਦਾ ਆ ਰਿਹਾ ਹੈ। ਔਰ ਸ਼ਾਇਦ ਇਸ ਟਾਈਮ ਜਿੰਨੇ ਜੀਵਿਤ ਧਰਮ ਸੰਸਾਰ ਦੇ ਵਿੱਚ ਮੰਨੇ ਜਾਂਦੇ ਹਨ ਉਹਨਾਂ ਵਿੱਚੋਂ ਸਭ ਤੋਂ ਪੁਰਾਣਾ ਧਰਮ ਉਹ ਹੈ। ਤਾਂ ਉਹ ਉਹਨਾਂ ਦਾ ਸ਼੍ਰਮਣ ਪਰੰਪਰਾ ਉਹਨੂੰ ਕਿਉਂ ਕਿਹਾ ਜਾਂਦਾ ਹੈ, ਉਹਨਾਂ ਦੀ ਆਪਣੀ ਭਾਸ਼ਾ ਜੋ ਆਰੀਆਂ ਦੇ ਆਉਣ ਤੋਂ ਪਹਿਲਾਂ ਸੀ ਉਹਦੇ ਵਿੱਚ ਵੀ ਇਹਨੂੰ ਸ਼੍ਰਮਣ ਹੀ ਕਿਹਾ ਜਾਂਦਾ ਸੀ। ਤਾਂ ਉਹਦੇ ਵਿੱਚ ਇਹ ਕਾਰਨ ਸੀ ਕਿ ਇਹ ਦੋਨੋਂ ਧਰਮਾਂ ਦੇ ਵਿੱਚ ਤੇ ਉਸ ਵਕਤ ਦੇ ਹੋਰ ਪ੍ਰਚਲਿਤ ਧਰਮ ਜੋ ਆਰੀਆਂ ਤੋਂ ਪਹਿਲੇ ਇੱਥੇ ਸਭਿਅਤਾ ਸੀ, ਜਿਹੜੀ ਅਸੀਂ ਸਿੰਧੂ ਘਾਟੀ ਦੀ ਸਭਿਅਤਾ, ਜਿਹਦਾ ਕੁਝ ਅੰਸ਼ ਅਸੀਂ ਕਹਿ ਸਕਦੇ ਹਾਂ ਕਿ ਦ੍ਰਾਵਿੜ ਸਭਿਅਤਾ ਦੇ ਰੂਪ ਦੇ ਵਿੱਚ ਜੋ ਉੱਥੇ ਜਾ ਕੇ ਵਧਿਆ ਫੁੱਲਿਆ, ਤਾਂ ਉਹ ਸਾਰੀ ਸਭਿਅਤਾ ਦੇ ਵਿੱਚ ਬਹੁਤ ਜ਼ੋਰ ਦਿੱਤਾ ਜਾਂਦਾ ਸੀ ਕਿ ਉਹ ਤਪੱਸਿਆ ਕਰਨ, ਤਿਆਗ ਕਰਨ ਔਰ ਜੀਵਨ ਦੇ ਸੁੱਖ ਤਿਆਗਣ, ਸਰੀਰ ਦੇ ਸੁੱਖ ਤਿਆਗਣ ਦੇ ਉੱਤੇ ਉਸ ਪਰੰਪਰਾ ਦੇ ਵਿੱਚ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਸਤਿਗੁਰਾਂ ਨੇ ਵੀ ਗੁਰਬਾਣੀ ਦੇ ਵਿੱਚ ਜੈਨ ਮਤ ਦੇ ਬਾਰੇ ਇਸੇ ਤਰ੍ਹਾਂ ਦੀਆਂ ਕਈ ਪੌੜੀਆਂ ਲਿਖੀਆਂ ਹਨ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹਨ, ਜਿੱਥੇ ਉਹਨਾਂ ਵੱਲੋਂ ਕੀਤੇ ਜਾਂਦੇ ਇਹੋ ਜਿਹੇ ਕੰਮਾਂ ਦੀ ਸਤਿਗੁਰਾਂ ਨੇ ਨਿਖੇਧੀ ਕੀਤੀ ਹੈ, ਕਿਉਂਕਿ ਗੁਰਮਤਿ ਦੇ ਉੱਤੇ ਉਹ ਵਿਅਰਥ ਕਰਮ ਜਾਂ ਮਤਲਬ ਉਹ ਨਿਖੇਧਿਤ ਕਰਮ ਮੰਨੇ ਗਏ ਹਨ। ਇਸੇ ਤਰ੍ਹਾਂ ਹੀ ਤਿਆਗ ਦਾ ਤੇ ਆਪਣੇ ਜੀਵਨ ਨੂੰ, ਆਪਣੀਆਂ ਲੋੜਾਂ ਨੂੰ ਘਟਾਉਣ ਦਾ, ਇਹ ਸਾਰੀਆਂ ਚੀਜ਼ਾਂ ਦੀ ਵਿਸ਼ੇਸ਼ਤਾ ਬੁੱਧ ਧਰਮ ਦੇ ਵਿੱਚ ਹੀ ਹੈ। ਖਾਸ ਕਰਕੇ ਉਹਨਾਂ ਦੇ ਭਿੱਖੂਆਂ ਦੇ ਵਿੱਚ, ਜਿਹੜੇ ਘਰ-ਬਾਰ ਤਿਆਗ ਕੇ ਉਹ ਮੋਨੈਸਟਰੀਜ਼ ਦੇ ਵਿੱਚ ਰਹਿੰਦੇ ਹਨ ਤੇ ਉੱਥੇ ਰਹਿ ਕੇ ਆਪਣਾ ਜੀਵਨ ਜੋ ਹੈ ਉਹ ਇਸ ਪਾਸੇ ਨੂੰ ਹੀ ਡਿਵੋਟ ਕਰਦੇ ਹਨ। ਤਾਂ ਉਹ ਸ਼ਬਦ ਜੋ ਆਇਆ ਹੈ ਇਹ ਸਿਰਫ ਇੱਕ ਸਿੰਪਲ ਮਿਹਨਤ ਨਹੀਂ, ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਇਹ ਕਰੜੀ ਮਿਹਨਤ ਹੈ, ਦੁੱਖ ਝੱਲਣ ਵਾਲੀ ਮਿਹਨਤ ਹੈ। ਆਪਣੇ ਸਰੀਰ ਨੂੰ ਮਤਲਬ ਸਾਰੇ ਸੁੱਖ ਤਿਆਗ ਕੇ ਜੋ ਮਿਹਨਤ ਕੀਤੀ ਜਾਂਦੀ ਹੈ,
ਭਾਵ ਇਹ ਕਿ ਸ਼ਰਮ ਦਾ ਅਰਥ ਸਿਰਫ ਅਸੀਂ ਸਾਦੀ ਮਿਹਨਤ ਜੋ ਅਸੀਂ ਆਮ ਦੁਨੀਆ ਦੇ ਵਿੱਚ ਆਪ ਕਰਦੇ ਹਾਂ ਜਾਂ ਆਲੇ ਦੁਆਲੇ ਦੇਖਦੇ ਹਾਂ ਉਹ ਨਹੀਂ, ਇਹ ਬਹੁਤ ਕਰੜੀ ਮਿਹਨਤ ਦੀ ਗੱਲ ਹੈ। ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਖੰਡ ਨੂੰ ਸਤਿਗੁਰਾਂ ਨੇ ਸ਼ਰਮ ਖੰਡ ਕਿਉਂ ਕਿਹਾ ਹੈ। ਤਾਂ ਪਹਿਲੇ ਨਜ਼ਰੀਏ ਅਸੀਂ ਜਦੋਂ ਦੇਖਦੇ ਹਾਂ ਤੇ ਪਹਿਲੀ ਪੰਕਤੀ ਵਿੱਚ ਸਤਿਗੁਰਾਂ ਨੇ ਇਹਦਾ ਬੜਾ ਸੁੰਦਰ ਰੂਪ ਦੱਸਿਆ ਹੈ ਕਿ ਇਸ ਦੀ ਤਾਂ ਬਣਤਰ ਹੀ ਬਹੁਤ ਸੁੰਦਰ ਹੈ, ਅਤੀ ਅਨੂਪ ਹੈ, ਜਿਹਦੇ ਵਰਗੀ ਹੈ ਹੀ ਨਹੀਂ ਕੋਈ ਹੋਰ। ਅਨੂਪ ਦਾ ਅਰਥ ਹੀ ਇਹ ਹੈ ਕਿ ਉਹ ਇਤਨੀ ਸੁੰਦਰ ਹੈ ਕਿ ਉਹਦੇ ਵਰਗੀ ਹੋਰ ਕੋਈ ਚੀਜ਼ ਹੈ ਹੀ ਨਹੀਂ। ਤੇ ਉਸ ਤੋਂ ਅਗਲੀਆਂ ਦੋ ਪੰਕਤੀਆਂ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਹਨ ਕਿ ਇਹਦਾ ਤੇ ਇਤਨੀ ਸੁੰਦਰ ਹੈ, ਇਤਨੀ ਅਨੂਪ ਹੈ ਕਿ ਇਹਦਾ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਕਿ ਜੇ ਕੋਈ ਗਲਤੀ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹਦੇ ਹੱਥ ਸਵਾਏ ਪਛਤਾਵੇ ਦੇ ਕੁਝ ਲੱਗਦਾ ਨਹੀਂ। ਤੇ ਜੇ ਇਸ ਸ਼ਰਮ ਖੰਡ ਦੀ ਬਣਤਰ ਇੰਨੀ ਸੁੰਦਰ ਹੈ, ਇਤਨੀ ਅਨੂਪ ਹੈ, ਤਾਂ ਫਿਰ ਇਸ ਦਾ ਨਾਮ ਸ਼ਰਮ ਖੰਡ, ਮਿਹਨਤ ਵਾਲਾ ਖੰਡ ਕਿਉਂ ਰੱਖਿਆ ਗਿਆ। ਤਾਂ ਆਓ ਇਹਨੂੰ ਸਮਝਣ ਲਈ ਆਪਾਂ ਗੱਲ ਫੇਰ ਇੱਕ ਵਾਰੀ ਬਰੀਫਲੀ ਧਰਮ ਖੰਡ ਤੇ ਗਿਆਨ ਖੰਡ ਦੀ ਥੋੜੀ ਜਿਹੀ ਕਰੀਏ ਕਿ ਧਰਮ ਖੰਡ ਦੇ ਵਿੱਚ ਸਾਨੂੰ ਆਪਣੇ ਜੀਵਨ ਦੇ ਮਨੋਰਥ ਦਾ ਅਹਿਸਾਸ ਹੁੰਦਾ ਹੈ। ਨਹੀਂ, ਪੌੜੀ ਉਹੀ ਰਹਿਣ ਦਿਓ। ਹਾਂਜੀ, ਧਰਮ ਖੰਡ ਵਿੱਚ ਸਾਨੂੰ ਆਪਣੇ ਜੀਵਨ ਦੇ ਮਨੋਰਥ ਦਾ ਅਹਿਸਾਸ ਜਾਗਦਾ ਹੈ। ਇਹਦੇ ਬਾਰੇ ਆਪਾਂ ਵਿਚਾਰ ਕਰ ਚੁੱਕੇ ਹਾਂ ਜੀ। ਫਿਰ ਉਸ ਤੋਂ ਬਾਅਦ ਉਹਦੇ ਨਾਲ ਸਾਡੀ ਜੋ ਸਮਰੱਥਾ ਵਧਾਉਣ ਲਈ ਸਤਿਗੁਰਾਂ ਨੇ ਜੋ ਸਾਨੂੰ ਰਾਹ ਦੱਸਿਆ ਹੈ ਕਿ ਨਾਮ ਸਿਮਰਨ ਦੇ ਵਿੱਚ ਜੁੜਨ ਦਾ, ਸਤਿਗੁਰਾਂ ਨੇ ਇਸ ਜੀਵਨ ਮਨੋਰਥ ਨੂੰ ਕਿਵ ਸਚਿਆਰਾ ਹੋਈਆ ਨੂੰ ਪਾਉਣ ਦੇ ਲਈ ਉਹਨਾਂ ਨੇ ਅੰਮ੍ਰਿਤ ਵੇਲਾ ਸੱਚ ਨਾਮ ਦਾ ਜੋ ਵਡਿਆਈ ਵਿਚਾਰ ਦਾ ਰਸਤਾ ਦੱਸਿਆ ਹੈ। ਜਦੋਂ ਮਨੁੱਖ ਉਹਦੇ ਉੱਤੇ ਚੱਲਦਾ ਹੈ ਤਾਂ ਉਹਦੀ ਉਹ ਅਵਸਥਾ ਹੁੰਦੀ ਹੈ ਜਿਹਨੂੰ ਸਤਿਗੁਰਾਂ ਨੇ ਗਿਆਨ ਖੰਡ ਦਾ ਨਾਮ ਦਿੱਤਾ ਹੈ, ਜਿਹਦੀ ਵਿਚਾਰ ਆਪਾਂ ਕੀਤੀ ਹੈ। ਤਾਂ ਹੁਣ ਜਦੋਂ ਨਾਮ ਸਿਮਰਨ ਦੇ ਰਾਹੀਂ ਗਿਆਨ ਦੀ ਜਾਗ੍ਰਿਤੀ ਮਿਲਦੀ ਹੈ, ਗਿਆਨ ਦਾ ਅਨੁਭਵ ਹੋਣਾ ਸ਼ੁਰੂ ਹੁੰਦਾ ਹੈ, ਤਾਂ ਜਗਿਆਸੂ ਦਾ ਜਿਹੜਾ ਨਜ਼ਰੀਆ ਹੈ ਉਹ ਬੜਾ ਵਿਸ਼ਾਲ ਹੋ ਜਾਂਦਾ ਹੈ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਉਸ ਅਕਾਲ ਪੁਰਖ ਦਾ ਹੁਕਮ ਧਰਮ ਵਰਤ ਰਿਹਾ ਦਿਸਦਾ ਹੈ ਤੇ ਉਹਦੇ ਵਿੱਚ ਹੀ ਉਹਦਾ ਨਜ਼ਰੀਆ ਵਿਸ਼ਾਲ ਹੋਣ ਕਰਕੇ ਉਹਨੂੰ ਉਹ ਗੱਲਾਂ ਦਿਸਣੀਆਂ ਸ਼ੁਰੂ ਹੁੰਦੀਆਂ ਹਨ, ਉਹ ਅਨੁਭਵ ਹੋਣੀਆਂ ਸ਼ੁਰੂ ਹੁੰਦੀਆਂ ਹਨ ਜੋ ਆਮ ਵਿਅਕਤੀ ਦੀ ਕਦੀ ਸੋਚ ਵਿੱਚ ਵੀ ਨਹੀਂ ਹੁੰਦੀਆਂ। ਔਰ ਇਹ ਇੱਕ ਐਸੀ ਅਵਸਥਾ ਸਤਿਗੁਰਾਂ ਨੇ ਕਿਹਾ ਹੈ ਕਿ ਇਹ ਤਿੱਥੇ ਨਾਦ ਵਿਨੋਦ ਕੋਡ ਆਨੰਦ, ਇਹ ਸਭ ਤਰ੍ਹਾਂ ਦੇ ਜਿਹੜੇ ਆਨੰਦ ਅਸੀਂ ਮੰਨਦੇ ਹਾਂ ਇਸ ਜਗਤ ਦੇ ਵਿੱਚ, ਉਹਨਾਂ ਸਾਰਿਆਂ ਤੋਂ ਵੱਡਾ ਆਨੰਦ ਉੱਥੋਂ ਪ੍ਰਾਪਤ ਹੁੰਦਾ ਹੈ, ਉਸ ਪ੍ਰਚੰਡ ਗਿਆਨ ਜਿਹੜਾ ਕਿ ਹਾਸਲ ਹੁੰਦਾ ਹੈ ਅਕਾਲ ਪੁਰਖ ਦੇ ਨਾਲ ਜੁੜਨ ਕਰਕੇ, ਉਹਦੇ ਹੁਕਮ ਵਿੱਚ ਜੁੜਨ ਕਰਕੇ। ਤਾਂ ਫਿਰ ਇਹ ਸਵਾਲ ਉੱਥੇ ਹੀ ਹੈ ਕਿ ਫਿਰ ਇਹ ਅਸੀਂ ਇਹਨੂੰ ਸਤਿਗੁਰਾਂ ਨੇ ਜੋ ਨਾਮ ਦਿੱਤਾ ਹੈ ਇਹ ਫਿਰ ਸ਼ਰਮ ਦਾ ਖੰਡ ਕਿਵੇਂ ਹੋਇਆ। ਇਹਦੀ ਤਾਂ ਗੱਲ ਹੀ ਆਨੰਦ ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਪਹਿਲਾ ਖੰਡ ਹੀ ਗਿਆਨ ਖੰਡ ਹੈ ਜਿਹਦੇ ਵਿੱਚ ਅਤ ਆਨੰਦ ਦੀ ਅਵਸਥਾ ਸਤਿਗੁਰਾਂ ਨੇ ਦੱਸਿਆ ਕਿ ਹੋ ਜਾਂਦੀ ਹੈ। ਜੇ ਅਸੀਂ ਪੌੜੀ ਨੂੰ ਇੱਕ ਵਾਰੀ ਧਿਆਨ ਨਾਲ ਪੜ੍ਹੀਏ ਤਾਂ ਫਿਰ ਇਹ ਜਿਹੜੀ ਉਡਾਉਣੀ ਹੈ, ਬੁਝਾਰਤ ਹੈ, ਇਹ ਆਸਾਨੀ ਨਾਲ ਖੁੱਲ ਜਾਂਦੀ ਹੈ। ਇਸ ਪੌੜੀ ਦੀਆਂ 6 ਪੰਕਤੀਆਂ ਦੇ ਵਿੱਚ ਸਤਿਗੁਰਾਂ ਨੇ ਘਾੜਤ ਤੇ ਘੜੀਆ ਇਹ ਲਫ਼ਜ਼ ਜੋ ਹਨ ਉਹ 4 ਵਾਰੀ ਵਰਤੇ ਗਏ। ਗੱਲ ਇਹ ਹੈ ਕਿ ਜੇ ਜਿੰਨੀ ਇਹ ਅਨੂਪ ਸੁੰਦਰਤਾ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ, ਓਨੀ ਹੀ ਗੱਲ ਸਤਿਗੁਰਾਂ ਨੇ ਘਾੜਤ ਘੜਨ ਦੀ ਵੀ ਕੀਤੀ ਹੈ, ਕਿਉਂਕਿ ਉਹ ਅਨੂਪ ਸੁੰਦਰਤਾ, ਅਤ ਦੀ ਸੁੰਦਰਤਾ ਜਿਹੜੀ ਪ੍ਰਾਪਤ ਹੋਣੀ ਹੈ, ਇਹ ਅਤ ਦੀ ਸੁੰਦਰਤਾ ਸਰੀਰ ਦੀ ਸੁੰਦਰਤਾ ਵੀ ਨਾਲ ਕੁਦਰਤੀ ਤੌਰ ਤੇ ਆਏਗੀ, ਪਰ ਅਸਲ ਵਿੱਚ ਤਾਂ ਇਹ ਜਿਹੜੀ ਸੁੰਦਰਤਾ ਹੈ ਉਹ ਅੰਦਰ ਦੀ ਸੁੰਦਰਤਾ ਹੈ। ਇਹ ਪ੍ਰਾਪਤ ਤਾਂ ਹੋਣੀ ਹੈ ਜੇ ਸਾਡਾ ਅੰਤःਕਰਨ, ਸਾਡਾ ਅੰਦਰ ਦਾ ਜੋ ਹੈ ਉਹ ਘੜਿਆ ਜਾਵੇਗਾ। ਹੁਣ ਗੱਲ ਸਤਿਗੁਰੂ 4 ਵਾਰੀ ਘੜਨ ਦੀ ਕਰ ਰਹੇ ਹਨ। ਇੱਕ ਵਾਰੀ ਘਾੜਤ ਦੀ ਗੱਲ ਕੀਤੀ ਹੈ, 3 ਵਾਰੀ ਸਤਿਗੁਰਾਂ ਨੇ ਘੜੀਆ ਸ਼ਬਦ ਜਿਹੜਾ ਹੈ ਉਹ ਵਰਤਿਆ ਹੈ। ਹੁਣ ਘਾੜਤ ਕੀ ਹੁੰਦੀ ਹੈ? ਆਪਾਂ ਪੱਥਰ ਘਾੜਿਆਂ ਦੀ ਗੱਲ ਕਰਦੇ ਹਾਂ, ਜਿਹੜੇ ਮੂਰਤੀਆਂ ਬਣਾਉਂਦੇ ਹਨ, ਬੜੀਆਂ ਸੁੰਦਰ ਸੁੰਦਰ ਬਣਾ ਦਿੰਦੇ ਹਨ। ਉਹ ਇੱਕ ਪੱਥਰ ਚੁੱਕਦੇ ਹਨ ਜਿਹਦੀ ਕੋਈ ਸ਼ਕਲ ਨਹੀਂ ਹੁੰਦੀ, ਰॉ ਜਿਹੜਾ ਸਟੋਨ ਹੁੰਦਾ ਹੈ, ਜਿਵੇਂ ਕੁਦਰਤ ਦੇ ਵਿੱਚ ਪਿਆ ਹੈ ਉਸੇ ਤਰ੍ਹਾਂ ਹੀ ਚੁੱਕ ਕੇ ਉਹਨੂੰ ਹਥੌੜੀ ਤੇ ਛੈਣੇ ਨਾਲ ਘੜਨਾ ਸ਼ੁਰੂ ਕਰਦੇ ਹਨ। ਇੱਕ ਇੱਕ ਸੱਟ ਮਾਰਦੇ ਹਨ, ਥੋੜਾ ਥੋੜਾ ਛਿਲਦੇ ਹਨ ਤੇ ਛਿਲਦੇ ਛਿਲਦੇ ਉਹਨੂੰ ਸੱਟਾਂ ਮਾਰਦੇ ਮਾਰਦੇ ਉਹ ਇੱਕ ਐਸੀ ਅੰਦਰੋਂ ਸੁੰਦਰਤਾ ਪ੍ਰਗਟ ਕਰ ਦਿੰਦੇ ਹਨ ਕਿ ਜਿਹਨੂੰ ਮਨੁੱਖ ਦੇਖ ਕੇ ਅਸ਼-ਅਸ਼ ਕਰ ਦਿੰਦਾ ਹੈ। ਇੱਕ ਤਾਂ ਉਹ ਘੜਨਾ ਹੁੰਦਾ ਹੈ ਕਿ ਜਿਹੜੇ ਅਣਘੜੇ ਪੱਥਰ ਦੇ ਵਿੱਚੋਂ, ਅਣਘੜੀ ਵਸਤੂ ਦੇ ਵਿੱਚੋਂ ਕੋਈ
ਸੁੰਦਰਤਾ ਜਿਹੜੀ ਹੈ ਉਹ ਪ੍ਰਗਟ ਹੋ ਜਾਏ। ਪਰ ਇੱਕ ਘਾੜਤ ਹੋਰ ਵੀ ਹੁੰਦੀ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਗਲਤ ਘਾੜਤ ਹੋ ਗਈ ਹੁੰਦੀ ਹੈ ਕਿਸੇ ਚੀਜ਼ ਦੀ, ਕੋਈ ਚੀਜ਼ ਗਲਤ ਬਣ ਗਈ ਹੁੰਦੀ ਹੈ ਜਾਂ ਅੱਜ ਉਹਦੀ ਯੂਟਿਲਿਟੀ ਨਹੀਂ ਰਹਿੰਦੀ, ਉਹਨੂੰ ਵੀ ਅਸੀਂ ਅੱਜ ਦੇ ਮੁਤਾਬਕ, ਸਾਡੀ ਅੱਜ ਦੀ ਲੋੜ ਦੇ ਮੁਤਾਬਕ ਘੜਨਾ ਚਾਹੁੰਦੇ ਹਾਂ, ਜਾਂ ਉਹ ਕਹਿ ਲਈਏ ਕਿ ਉਹਨੂੰ ਅਸੀਂ ਸੁੰਦਰ ਬਣਾਉਣਾ ਚਾਹੁੰਦੇ ਹਾਂ, ਤਾਂ ਇੱਕ ਉਹ ਵੀ ਘਾੜਤ ਘੜਨ ਦਾ ਤਰੀਕਾ ਹੁੰਦਾ ਹੈ, ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਰੈਨੋਵੇਸ਼ਨ ਕਹਿ ਦਿੰਦੇ ਹਾਂ। ਕਿ ਜਿਵੇਂ ਅਸੀਂ ਮਕਾਨਾਂ ਦੀ ਜਾਂ ਕਿਸੇ ਚੀਜ਼ ਦੀ ਰੈਨੋਵੇਸ਼ਨ ਕਰਦੇ ਹਾਂ, ਤਾਂ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਪੁਰਾਣਾ ਜੋ ਹੁੰਦਾ ਹੈ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਢਾਂਦੇ ਹਾਂ, ਸੁੱਟਦੇ ਹਾਂ, ਉਹਨਾਂ ਦੀ ਥਾਂ ਤੇ ਉੱਥੇ ਨਵੀਂ ਘਾੜਤ ਬਣਾਉਂਦੇ ਹਾਂ। ਤਾਂ ਇਹ ਜਿਹੜੀ ਬਣਤਰ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਮਿਹਨਤ ਵੀ ਡਬਲ ਹੁੰਦੀ ਹੈ, ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਔਰ ਤਕਲੀਫ ਵੀ ਬਹੁਤ ਸਹਿਣੀ ਪੈਂਦੀ ਹੈ, ਔਰ ਸਮਾਂ ਵੀ ਬੜਾ ਲੱਗਦਾ। ਹੁਣ ਇਹ ਦੋ ਤਰ੍ਹਾਂ ਦੀ ਘਾੜਤ ਹੋ ਗਈ। ਇੱਕ ਤਾਂ ਇਹ ਕਿ ਕੋਈ ਅਣਘੜਿਆ ਪੱਥਰ ਪਿਆ, ਉਹਦੇ ਵਿੱਚੋਂ ਘੜਨਾ ਹੈ, ਮਿਹਨਤ ਤਾਂ ਉਸ ਵਿੱਚ ਵੀ ਹੈ, ਤਕਲੀਫ ਤਾਂ ਉਸ ਵਿੱਚ ਵੀ ਹੈ, ਸੁੰਦਰਤਾ ਉਸ ਵਿੱਚੋਂ ਵੀ ਨਿਕਲਦੀ ਹੈ। ਪਰ ਜਦੋਂ ਕਿਸੇ ਪਹਿਲੇ ਘੜੀ ਹੋਈ ਘਾੜਤ ਨੂੰ ਢਾਹ ਕੇ ਨਵੀਂ ਘਾੜਤ ਬਣਾਉਣੀ ਹੋਵੇ ਤਾਂ ਉਹ ਨਿਸ਼ਚੈ ਹੀ ਬਹੁਤ ਜ਼ਿਆਦਾ ਤਕਲੀਫ ਦੇਹ ਵਾਲੀ ਗੱਲ ਹੈ। ਹੁਣ ਇੱਥੇ ਸਤਿਗੁਰੂ ਜਿਹੜੀ ਘਾੜਤ ਦੀ ਗੱਲ ਕਰ ਰਹੇ ਹਨ ਕਿ ਬੜੀ ਅਨੂਪ ਹੈ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜਾਂ ਇਹਦੇ ਵਿੱਚ ਕਿਸ ਕਿਸ ਟਾਈਪ ਦੀ ਸਤਿਗੁਰਾਂ ਨੇ ਦੋ ਪੰਕਤੀਆਂ ਅਖੀਰਲੀਆਂ ਦੇ ਵਿੱਚ ਦੱਸਿਆ ਕਿ ਇਹ ਘਾੜਤ ਘੜੀ ਜਾਣੀ ਹੈ। ਤਾਂ ਇਹ ਘਾੜਤ ਵਾਕਈ ਅੱਤ ਦੀ ਔਖੀ ਘਾੜਤ ਹੈ। ਪਰਮਾਰਥ ਦੇ ਰਸਤੇ ਉੱਤੇ, ਅਕਾਲ ਪੁਰਖ ਦੇ ਹੁਕਮ ਦੇ ਰਸਤੇ ਉੱਤੇ ਤੁਰਨ ਤੋਂ ਪਹਿਲਾਂ ਜਦੋਂ ਸਾਡੇ ਵਰਗਾ ਸਧਾਰਨ ਮਨੁੱਖ, ਸੰਸਾਰੀ ਨਫਸ ਦਾ ਮਨੁੱਖ ਜਦੋਂ ਤੁਰਦਾ ਹੈ, ਸ਼ੁਰੂ ਕਰਦਾ ਹੈ, ਤਾਂ ਉਹਦੇ ਅੰਦਰ ਤਾਂ ਪਤਾ ਨਹੀਂ ਕਿਤਨੇ ਕੁ ਔਗਣ, ਕਿਤਨੇ ਕੁ ਨੁਕਸ, ਕਿਤਨਾ ਕੁ ਗੰਦ ਭਰਿਆ ਹੁੰਦਾ। ਦੇਖਣ ਨੂੰ ਅਸੀਂ ਭਾਵੇਂ ਕਿੱਦਾਂ ਦੇ ਲੱਗੀ, ਜਿਵੇਂ ਕਈ ਵਾਰ ਅਸੀਂ ਘਰ ਦੀ ਸਫਾਈ ਕਰਦੇ ਹਾਂ ਤੇ ਘਰ ਦੇਖਣ ਨੂੰ ਤਾਂ ਸਾਫ਼ ਸੁਥਰਾ ਹੀ ਲੱਗਦਾ ਹੁੰਦਾ ਹੈ। ਜਿਵੇਂ ਹਿੰਦੁਸਤਾਨ ਦੇ ਵਿੱਚ ਰਿਵਾਜ ਹੈ ਕਿ ਜੇ ਦੀਵਾਲੀ ਦੇ ਉੱਤੇ ਇੱਕ ਵਾਰੀ ਸਫਾਈ ਕਰਨੀ ਹੈ, ਤੇ ਜੇ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਸਫਾਈ ਕਰਨੀ ਘਰ ਦੀ ਸ਼ੁਰੂ ਕਰਦੇ ਹੋ, ਤੇ ਜਦੋਂ ਪਹਿਲਾਂ ਲੱਗਦਾ ਹੁੰਦਾ ਹੈ ਕਿ ਘਰ ਤਾਂ ਠੀਕ ਹੈ, ਚੰਗਾ ਭਲਾ ਹੈ, ਚਲੋ ਇੱਕ ਵਾਰੀ ਸਫਾਈ ਕਰ ਲੈਂਦੇ ਹਾਂ, ਪਰ ਜਦੋਂ ਉਹਦੇ ਵਿੱਚੋਂ ਗੰਦ ਕੱਢਣਾ ਸ਼ੁਰੂ ਕਰੀਏ ਤੇ ਕਈ ਵਾਰੀ ਖੁਦ ਹੈਰਾਨ ਹੋ ਜਾਈਦਾ ਕਿ ਹੈ ਇਹਦੇ ਵਿੱਚ ਇੰਨਾ ਗੰਦ ਸੀ, ਇਹ ਤਾਂ ਨਿਕਲਦਾ ਹੀ ਆ ਰਿਹਾ, ਇਹ ਖਤਮ ਹੀ ਨਹੀਂ ਹੋ ਰਿਹਾ, ਇਹ ਕਦੋਂ ਮੁੱਕੇਗਾ। ਬੰਦਾ ਥੱਕ ਜਾਂਦਾ ਹੈ, ਘਬਰਾ ਜਾਂਦਾ ਹੈ, ਮੈਂ ਇੰਨੇ ਗੰਦ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਸੀ। ਬਿਲਕੁਲ ਉਹੀ ਗੱਲ ਹੈ ਕਿ ਜਦੋਂ ਅਸੀਂ ਦੁਨਿਆਵੀ ਬੰਦੇ ਜਿਹੜੇ ਮਾਇਆ ਦੇ ਵਿੱਚ ਖਚਤ ਹੋਈਏ, ਉਹ ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਅੰਦਰ ਦੀ ਘਾੜਤ ਵੱਲ ਧਿਆਨ ਕਰੀਏ ਕਿ ਅਸੀਂ ਕਿਸ ਚੀਜ਼ ਦੇ ਬਣੇ ਹੋਏ ਹਾਂ, ਕਿਸ ਤਰ੍ਹਾਂ ਦੇ ਬਣੇ ਹੋਏ ਹਾਂ, ਸਾਡੀ ਬਣਤਰ ਕੀ ਹੈ, ਤੇ ਸਾਨੂੰ ਕਿਸ ਤਰ੍ਹਾਂ ਦੇ ਬਣਨਾ ਹੈ, ਸਾਨੂੰ ਅੰਦਰ ਕੀ ਕੀ ਸੁਧਾਰ ਕਰਨੇ ਹਨ, ਤੇ ਮਨ ਦੇ ਵਿੱਚ ਆਪ ਜੋ ਹੈ ਉਹ ਬੜੇ ਵਿਚਾਰ ਆਣਗੇ ਕਿ ਹੈ ਮੇਰੇ ਅੰਦਰ ਇਤਨਾ ਗੰਦ ਭਰਿਆ ਹੋਇਆ, ਇਤਨੇ ਔਗਣ ਭਰੇ ਹੋਏ ਹਨ, ਇਤਨੇ ਨੁਕਸ ਭਰੇ ਹੋਏ ਹਨ। ਤਾਂ ਇਹ ਔਗਣ, ਇਹ ਜਿਹੜੀ ਬਣਤਰ ਹੈ, ਇਹ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਅਸੀਂ ਇੱਕ ਪੁਰਾਣੇ ਮਕਾਨ ਨੂੰ ਰੈਨੋਵੇਸ਼ਨ ਕਰਨ ਲੱਗੇ। ਜਿਸ ਕਿਸੇ ਨੂੰ ਵੀ ਇਹ ਜ਼ਿੰਦਗੀ ਦੇ ਵਿੱਚ ਤਜਰਬਾ ਹੋਵੇ ਕਿ ਉਹਨੇ ਪੁਰਾਣਾ ਮਕਾਨ ਠੀਕ ਕਰਕੇ ਦੁਬਾਰਾ ਬਣਾਇਆ, ਉਹ ਇਸ ਗੱਲ ਨੂੰ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦਾ ਹੈ ਕਿ ਇਹ ਕਿਸ ਕਿਸਮ ਦਾ ਕੰਮ ਹੈ, ਇਹਦੇ ਵਿੱਚ ਕਿੰਨੀ ਤਕਲੀਫ ਹੁੰਦੀ ਹੈ, ਪੁਰਾਣੇ ਨੂੰ ਢਾਹਣ ਲੱਗਿਆ ਵੀ ਤੇ ਨਵੇਂ ਨੂੰ ਬਣਾਉਣ ਲੱਗਿਆ ਵੀ, ਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਉਹ ਮਿਹਨਤ ਦਾ ਅੰਦਾਜ਼ਾ ਕੇਵਲ ਉਹ ਹੀ ਲਗਾ ਸਕਦਾ ਹੈ ਜੋ ਇਹ ਕੰਮ ਕਰੇ। ਤੇ ਇਹੀ ਕਾਰਨ ਹੈ ਕਿ ਜਦੋਂ ਘਾੜਤ ਘੜਨ ਦੀ ਗੱਲ ਆਣੀ ਹੈ, ਇਹਦੇ ਵਿੱਚ ਤਕਲੀਫ ਵੀ ਹੋਣੀ ਹੈ। ਜਿਵੇਂ ਇੱਕ ਪੱਥਰ ਦੇ ਵਿੱਚੋਂ ਸੁੰਦਰਤਾ ਪ੍ਰਗਟ ਕਰਨ ਦੇ ਲਈ ਪੱਥਰ ਨੂੰ ਅਣਗਿਣਤ ਵਾਰੀ ਹਥੌੜੇ ਤੇ ਛੈਣੀ ਦੇ ਵਾਰ ਜਿਹੜੇ ਹਨ ਸਹਿਣੇ ਪੈਂਦੇ ਹਨ, ਉਸੇ ਤਰ੍ਹਾਂ ਹੀ ਸਾਨੂੰ ਵੀ ਆਪਣੀ ਘਾੜਤ ਜੋ ਅੰਦਰ ਦੀ ਹੈ, ਜਿਹਦੇ ਵਿੱਚ ਸੁਰਤ, ਮਤ, ਮਨ, ਬੁੱਧ ਤੇ ਸੁੱਧ ਜੋ ਹੈ, ਇਹਨੂੰ ਸੁਧਾਰਨ ਦੇ ਲਈ, ਇਹਦੀ ਨਵੀਂ ਘਾੜਤ ਘੜਨ ਦੇ ਲਈ, ਕਿਉਂਕਿ ਅਸੀਂ ਨਵੀਂ ਘਾੜਤ ਘੜ ਕੇ ਹੀ, ਜੋ ਅੱਜ ਪੌੜੀ ਦਾ ਅਸੀਂ ਪਾਠ ਕੀਤਾ ਹੈ, ਕਰਮ ਖੰਡ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ, ਜੋ ਬਖਸ਼ਿਸ਼ ਦਾ ਖੰਡ ਹੈ, ਜੇ ਅਸੀਂ ਉਹਦੀ ਬਖਸ਼ਿਸ਼ ਦੇ ਕਾਬਲ ਬਣਨਾ ਹੈ, ਕਿਉਂਕਿ ਬਖਸ਼ਿਸ਼ ਜਦੋਂ ਹੋ ਗਈ ਉਦੋਂ ਤੇ ਫਿਰ ਸਤਿਗੁਰੂ ਕਹਿੰਦੇ ਹਨ ਕਿ ਉਹਦਾ ਤੇ ਅੰਤ ਹੀ ਕੋਈ ਨਹੀਂ ਹੈ, ਉਹਦਾ ਤੇ ਬਿਆਨ ਕਰਨਾ ਹੀ ਮੁਸ਼ਕਲ ਹੈ, ਦੱਸਣਾ ਹੀ ਮੁਸ਼ਕਲ ਹੈ, ਸਿਰਫ ਐਕਸਪੀਰੀਅੰਸ ਹੀ ਕੀਤਾ ਜਾ ਸਕਦਾ ਹੈ, ਕਿਉਂਕਿ ਉਹ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਸਰਵ ਕਲਾ ਸਮਰੱਥ ਦੀ ਬਖਸ਼ਿਸ਼ ਹੈ। ਜੇ ਅਸੀਂ ਉਹਦੇ ਬਖਸ਼ਿਸ਼ ਕੇ ਲੈਣ ਦੇ, ਉਹਦੇ ਬਖਸ਼ਿਸ਼ ਪ੍ਰਾਪਤ ਕਰਨ ਦੇ ਕਾਬਲ ਬਣਨਾ ਹੈ, ਤਾਂ ਨਿਸ਼ਚੈ ਹੀ ਜਿਹੜੀ ਸਾਨੂੰ ਆਪਣੇ ਅੰਦਰ ਦੀ ਘਾੜਤ ਘੜਨੀ ਪੈਣੀ ਹੈ, ਉਹਦੇ ਵਿੱਚੋਂ ਬਹੁਤ ਕੁਝ ਢਾਹ ਕੇ, ਸੁੱਟ ਕੇ, ਅੰਦਰੋਂ ਜੋ ਗੰਦ ਮਲਬਾ ਨਿਕਲਦਾ ਹੈ ਉਹ ਸਾਰਾ ਕੁਝ ਸੁੱਟ ਕੇ ਤੇ ਉੱਥੇ ਨਵੀਂ ਘਾੜਤ ਘੜਨੀ ਪੈਣੀ ਹੈ। ਫਿਰ ਸਾਡੀ ਸੁਰਤ ਜਦੋਂ ਘੜੀ ਜਾਏਗੀ ਨਵੇਂ ਸਿਰਿਓਂ,
ਉਹ ਪਹਿਲੀ ਸੁਰਤ ਨਹੀਂ ਹੈ, ਉਹ ਪਹਿਲੀ ਮੱਤ ਨਹੀਂ ਹੈ, ਉਹ ਪਹਿਲੀ ਬੁੱਧ ਨਹੀਂ ਹੈ, ਉਹ ਪਹਿਲੀ ਸੁੱਧ ਨਹੀਂ ਹੈ। ਇਹ ਬਿਲਕੁਲ ਨਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਪ੍ਰਗਟ ਹੋਏਗੀ। ਤੋ ਇਹ ਕੰਮ ਬੜੀ ਸਖਤ ਮਿਹਨਤ ਦਾ ਹੈ। ਭਾਵੇਂ ਇਹਦੇ ਵਿੱਚ ਸਤਿਗੁਰਾਂ ਨੇ ਇਹ ਕਿਹਾ ਹੈ ਕਿ ਇਹਦੀ ਬਾਣੀ ਬੰਤਰ ਰੂਪ ਹੈ, ਸੁੰਦਰਤਾ ਹੈ, ਅਨੂਪ ਸੁੰਦਰਤਾ ਹੈ, ਪਰ ਸਤਿਗੁਰਾਂ ਨੇ ਨਾਮ ਇਹਦਾ ਸ਼ਰਮਖੰਡ ਰੱਖ ਕੇ ਸਾਨੂੰ ਇਹ ਸਮਝਾ ਦਿੱਤਾ ਹੈ ਕਿ ਭਾਈ ਇਹ ਸੁੰਦਰਤਾ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਕਿੰਨੀ ਕੁ ਮਿਹਨਤ ਕਰਨੀ ਪੈਣੀ ਹੈ, ਇਹਦੇ ਵਿੱਚ ਕਿੰਨੀ ਕੁ ਤਕਲੀਫ ਸਹਿਣੀ ਪੈਣੀ ਹੈ। ਕਿਉਂਕਿ ਜਦੋਂ ਅਸੀਂ ਤਕਲੀਫ ਸਹਿਣੀ ਹੈ, ਆਪਣੇ ਆਪ ਨੂੰ ਢਾਹ ਕੇ ਦੁਬਾਰਾ ਬਣਾਉਣਾ ਹੈ, ਤਾਂ ਇਉਂ ਜਾਣੋ ਕਿ ਜਦੋਂ ਅਸੀਂ ਪਹਿਲਾਂ ਢਾਵਾਂਗੇ ਤੇ ਇਉਂ ਲੱਗੇਗਾ ਕਿ ਜਿਵੇਂ ਸਾਡਾ ਅੰਦਰ ਖਾਲੀ ਹੋ ਗਿਆ, ਮੈਂ ਤਾਂ ਖਤਮ ਹੀ ਹੋ ਗਿਆ। ਤੇ ਸ਼ਾਇਦ ਇਹ ਵੀ ਅਵਸਥਾ ਆ ਜਾਵੇ ਕਿ ਜਦੋਂ ਅਸੀਂ ਇਸ ਕੰਮ ਦੇ ਵਿੱਚ ਲੱਗੀਏ ਤੇ ਜਿਹੜਾ ਗਿਆਨ ਦੇ ਵਿੱਚ, ਗਿਆਨ ਖੰਡ ਦੇ ਵਿੱਚ ਆਨੰਦ ਦੀ ਪ੍ਰਾਪਤੀ ਹੋਈ ਹੈ, ਉਹ ਵੀ ਇਸ ਪ੍ਰੋਸੈਸ ਦੇ ਵਿੱਚ ਸ਼ਾਇਦ ਸਾਡੇ ਕੋਲ ਉਹ ਖੁੰਝ ਜਾਵੇ, ਜਾਂ ਕਦੀ ਸਾਨੂੰ ਮਿਲੇ ਕਦੀ ਨਾ ਮਿਲੇ। ਤਾਂ ਫਿਰ ਉਸ ਹਾਲਤ ਦੇ ਵਿੱਚ ਇੱਕ ਹੋਰ ਜਿਹੜੀ ਇੱਕ ਗੁਣ ਜਿਹੜਾ ਹੈ ਉਹ ਸਾਨੂੰ ਆਪਣੇ ਅੰਦਰ ਪੈਦਾ ਕਰਨਾ ਪੈਂਦਾ ਹੈ। ਇੱਕ ਹੋਰ ਇਮਤਿਹਾਨ ਦਾ ਸਮਾਂ ਉਹਦੇ ਵਿੱਚ ਆ ਜਾਂਦਾ ਹੈ ਕਿ ਇਹ ਸਾਰਾ ਕੁਝ ਕਰਨ ਲਈ ਅੱਤ ਦਾ ਧੀਰਜ ਵੀ ਸਾਨੂੰ ਕਰਨਾ ਪੈਂਦਾ ਹੈ। ਤੋ ਜਦੋਂ ਇੱਕ ਪਾਸੇ ਤਾਂ ਜਦੋਂ ਇਨਸਾਨ ਮਿਹਨਤ ਕਰਦਾ ਹੈ ਆਪਣੇ ਆਪ ਨੂੰ ਸੁਧਾਰਨ ਦੀ, ਦੂਜੇ ਪਾਸੇ ਉਹਨੂੰ ਹਰ ਵੇਲੇ ਇਹ ਵੀ ਲੱਗਦਾ ਹੈ ਕਿ ਉਹ ਗਿਆਨ ਵੀ ਕਦੀ ਮਿਲ ਰਿਹਾ ਹੈ, ਨਹੀਂ ਮਿਲ ਰਿਹਾ, ਉਹਦਾ ਆਨੰਦ ਵੀ ਕਦੀ ਮਿਲ ਰਿਹਾ ਹੈ, ਕਦੀ ਨਹੀਂ ਮਿਲ ਰਿਹਾ। ਅਤੇ ਧੀਰਜ ਬੜੀ ਦੇਰ ਕਰਨਾ ਪੈਣਾ ਹੈ ਕਿ ਪਤਾ ਨਹੀਂ ਕਿੰਨਾ ਸਮਾਂ ਇਸ ਸਾਰੀ ਰੀਕਨਸਟਰਕਸ਼ਨ ਨੂੰ ਲੱਗੇਗਾ, ਤੇ ਫਿਰ ਜਾ ਕੇ ਅਸੀਂ ਇਹ ਅਕਾਲ ਪੁਰਖ ਦੀ ਜੋ ਬਖਸ਼ਿਸ਼ ਦਾ ਖੰਡ ਹੈ, ਉਹਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਯੋਗ ਹੋਵਾਂਗੇ। ਤਾਂ ਇਹ ਅੱਤ ਦੀ ਮਿਹਨਤ ਦਾ ਖੰਡ ਹੈ। ਸਤਿਗੁਰਾਂ ਨੇ ਇੱਥੇ ਜੋ ਅਖੀਰ ਦੇ ਉੱਤੇ ਸ਼ਬਦ ਵਰਤੇ ਹਨ, ਸੁਰਤ, ਮਤ, ਮਨ ਤੇ ਬੁੱਧ, ਇਹ ਬੜੇ ਕੀ ਵਰਡਸ ਹਨ ਆਪਣੇ ਆਪ ਦੇ ਵਿੱਚ। ਗੁਰਬਾਣੀ ਵਿੱਚ ਵੀ ਇਹਨਾਂ ਦੀ ਵਰਤੋਂ ਬਹੁਤ ਵਿਸ਼ਾਲਤਾ ਦੇ ਨਾਲ ਕੀਤੀ ਗਈ ਹੈ, ਪਰ ਜੇ ਇਹਨਾਂ ਦੇ ਅਰਥਾਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਸਮਝਣ ਦਾ ਯਤਨ ਕਰੀਏ ਤਾਂ ਉੱਥੇ ਵੀ ਜਿਵੇਂ ਹੋਰ ਥਾਵਾਂ ਦੇ ਉੱਤੇ ਸਾਨੂੰ ਕਨਫਿਊਜ਼ਨ ਹੱਥ ਲੱਗਦਾ ਹੈ, ਉਹ ਇੱਥੇ ਵੀ ਲੱਗਦਾ ਹੈ। ਕਿਉਂਕਿ ਅਸਲ ਦੇ ਵਿੱਚ ਇਹ ਜੋ ਡਿਵੀਜ਼ਨਸ ਕੀਤੀਆਂ ਗਈਆਂ ਹਨ, ਇਹ ਆਮ ਤੌਰ ਦੇ ਉੱਤੇ ਵਿਦਾਂਤ ਮਤ ਵਿੱਚੋਂ ਜਾਂ ਯੋਗ ਮਤ ਦੇ ਵਿੱਚੋਂ ਆਈਆਂ। ਉਹਨਾਂ ਦੇ ਵਿੱਚ ਇਹਨਾਂ ਹਰ ਇੱਕ ਚੀਜ਼ ਦਾ ਬੜਾ ਅਲੱਗ-ਅਲੱਗ ਰੋਲ ਨਿਯਤ ਕੀਤਾ ਗਿਆ ਹੈ। ਉਹਨਾਂ ਦੇ ਜੋ ਥਿਊਰੀਆਂ ਹਨ, ਉਹ ਜੋ ਪ੍ਰੋਸੈਸ ਹੈ ਆਤਮ ਸ਼ੁੱਧੀ ਦਾ ਜਾਂ ਗਿਆਨ ਪ੍ਰਾਪਤੀ ਦਾ, ਉਹਦੇ ਵਿੱਚ ਹਰ ਚੀਜ਼ ਦਾ ਵੱਖਰਾ ਵੱਖਰਾ ਰੋਲ ਨਿਯਤ ਕੀਤਾ ਗਿਆ ਹੈ। ਉਹਨਾਂ ਨੂੰ ਹਰ ਚੀਜ਼ ਨੂੰ ਕਿਵੇਂ ਜਾਗਰਿਤ ਕਰਨਾ ਹੈ, ਕਿਵੇਂ ਸੁਆਣਾ ਹੈ, ਇਹ ਸਾਰੀਆਂ ਟੈਕਨੀਕਸ ਸਾਡੇ ਉਹ ਯੋਗਿਕ ਟੈਕਨੀਕਸ ਉਹ ਵਰਤਦੇ ਹਨ। ਤੋ ਲੇਕਿਨ ਅਸਲ ਵਿੱਚ ਦੇਖਿਆ ਜਾਵੇ ਤਾਂ ਸਾਡੇ ਅੰਦਰ ਕੀ ਹੈ, ਮਨੁੱਖ ਦੇ ਅੰਦਰ, ਜੋ ਇਹਨੂੰ ਅਸੀਂ ਮਾਈਂਡ ਵੀ ਨਹੀਂ ਕਹਿ ਸਕਦੇ, ਤੇ ਇੰਨੀ ਫਾਈਨ ਕਲਾਸੀਫਿਕੇਸ਼ਨ ਕਰਕੇ ਸਮਝਣਾ ਵੀ ਇੱਕ ਉਲਝਣ ਦੇ ਵਿੱਚ ਪੈਣ ਵਾਲਾ ਕੰਮ ਜ਼ਿਆਦਾ ਹੈ। ਕਿਉਂਕਿ ਇਹ ਵਿਸ਼ਾ ਤਾਂ ਮਨੋਵਿਗਿਆਨ ਦਾ ਹੈ, ਤੇ ਸਾਡੇ ਜਿਹੜੇ ਇਹ ਸ਼ਬਦ ਬਣੇ ਹਨ, ਇਹ ਮਨੋਵਿਗਿਆਨ ਦੇ ਵਿੱਚੋਂ ਪੈਦਾ ਨਹੀਂ ਹੋਏ, ਇਹ ਧਾਰਮਿਕ ਗਿਆਨ ਦੇ ਵਿੱਚੋਂ ਪੈਦਾ ਹੋਏ ਹਨ, ਧਾਰਮਿਕ ਥਿਊਰੀਆਂ ਦੇ ਵਿੱਚੋਂ, ਫਿਲਾਸਫੀ ਦੇ ਵਿੱਚੋਂ ਪੈਦਾ ਹੋਏ ਹਨ। ਸੋ ਇਹ ਉਹਨੇ ਐਗਜ਼ੈਕਟ ਤਰੀਕੇ ਨਾਲ ਨਹੀਂ ਮੰਨੇ, ਇਹਨਾਂ ਦੇ ਸਾਡੇ ਕਨਸੈਪਟ ਬਣੇ ਇਹਨਾਂ ਦੇ, ਔਰ ਹਰ ਵਿਅਕਤੀ ਨੇ ਆਪਣੇ ਆਪਣੇ ਸ਼ਾਸਤਰਾਂ ਨੂੰ ਲੈ ਕੇ ਇਹਦੇ ਵੱਖ-ਵੱਖ ਤਰੀਕੇ ਦੇ ਨਾਲ ਇਹਦੇ ਅਰਥ ਕੀਤੇ ਹਨ। ਤੋ ਯੋਗੀ ਜੋ ਹਨ, ਮਨ ਨੂੰ ਮਨਸ ਕਹਿ ਕੇ ਉਹਦੇ ਹੀ 4 ਹਿੱਸੇ ਕਰ ਦਿੰਦੇ ਹਨ, ਜਿਹਦੇ ਵਿੱਚ ਚਿੱਤ ਤੇ ਬੁੱਧੀ ਵੀ ਉੱਥੇ ਆ ਜਾਂਦੇ ਹਨ, ਅਹੰਕਾਰ ਵੀ ਉੱਥੇ ਆ ਜਾਂਦੇ ਹਨ। ਇਸੇ ਤਰ੍ਹਾਂ ਹੀ ਆਪਣੀ ਕਲਾਸੀਫਿਕੇਸ਼ਨ ਵੇਦਾਂਤ ਦੀ ਹੈ। ਤੋ ਜਿਹੜੇ ਵਿਆਖਿਆਕਾਰ ਸਾਡੇ ਗੁਰਮਤਿ ਦੇ ਵੀ ਹਨ, ਉਹ ਬਹੁਤਾ ਕਰਕੇ ਵੇਦਾਂਤ ਦੇ ਅਰਥਾਂ ਨੂੰ ਹੀ ਲੈ ਕੇ ਚੱਲਦੇ ਹਨ। ਪਰ ਸਤਿਗੁਰਾਂ ਨੇ ਇੱਥੇ ਇਕੱਠੇ ਵਰਤ ਕੇ ਸਾਡੀ ਜਿਹੜੀ ਇਹ ਮੁਸ਼ਕਲ ਹੈ ਉਹ ਹੱਲ ਕਰ ਦਿੱਤੀ ਹੈ। ਜੇ ਅਸੀਂ ਸਾਰਿਆਂ ਨੂੰ ਇਹਨਾਂ ਨੂੰ ਇਕੱਠੇ ਕਰ ਲਈਏ ਤਾਂ ਅਸੀਂ ਮੋਟੇ ਤੌਰ ਦੇ ਉੱਤੇ ਇਹ ਗੱਲ ਕਹਿ ਸਕਦੇ ਹਾਂ ਕਿ ਸਾਡੇ ਅੰਦਰ ਜੋ ਵਾਪਰ ਰਿਹਾ ਹੈ, ਜੋ ਮਨ ਅਸੀਂ ਕਹਿ ਲਈਏ, ਜਿਹਦੇ ਵਿੱਚ ਇਹਨੀਆਂ ਸਾਰੀਆਂ ਚੀਜ਼ਾਂ ਨੂੰ ਇਨਕਲੂਡ ਕਰ ਲਈਏ, ਉਸ ਮਨ ਦੀ ਹੀ ਪੂਰੀ ਦੀ ਪੂਰੀ ਘਾੜਤ ਨਵੇਂ ਸਿਰਿਓਂ ਘੜੀ ਜਾਣੀ ਹੈ। ਕਿਉਂਕਿ ਸਰੀਰ ਦਾ ਕੰਟਰੋਲ ਤੇ ਮਨ ਕੋਲ ਹੈ। ਮਨ ਸਰੀਰ ਤੇ ਆਤਮਾ ਦੇ ਵਿਚਕਾਰ ਬੈਠਾ ਹੈ ਤੇ ਉਹਨੂੰ ਕੰਟਰੋਲ ਕਰ ਰਿਹਾ ਹੈ ਕਿ ਮਨ ਜੋ ਆਤਮਾ ਦਾ ਜੋ ਸੁੱਖ ਹੈ ਉਹਨੂੰ ਪ੍ਰਾਪਤ ਕਰਨ ਦੇ ਲਈ ਸਰੀਰ ਤੋਂ ਕੀ ਕੀ ਕੰਮ ਕਰਵਾਉਣੇ ਹਨ। ਜਾਂ ਇਸ ਢੰਗ ਨਾਲ ਅਸੀਂ ਦੇਖੀਏ ਤੇ ਮਨ ਜੋ ਹੈ ਉਹਦੀ ਘਾੜਤ ਸਤਿਗੁਰੂ ਕਹਿੰਦੇ ਹਨ ਕਿ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ। ਤਾਂ ਇਹ ਜੋ ਘਾੜਤ ਹੋਣੀ ਹੈ, ਉਸ ਘਾੜਤ ਦੇ ਵਿੱਚੋਂ ਜੋ ਪ੍ਰਾਪਤ ਹੋਣਾ ਹੈ ਉਹ ਅੱਤ ਦੀ ਸੁੰਦਰਤਾ,
ਅਨੂਪ ਸੁੰਦਰਤਾ, ਅਕੱਥ ਸੁੰਦਰਤਾ ਜਿਹੜੀ ਹੈ ਉਹ ਸਾਡੇ ਅੰਦਰ ਦੀ, ਸਾਡੇ ਅੰਤःਕਰਨ ਦੀ, ਸਾਡੇ ਅੰਦਰ ਦਾ ਜੋ ਮਨ ਹੈ ਉਹਦੀ ਬਣਨੀ ਹੈ। ਤਾਂ ਇਸ ਖੰਡ ਨੂੰ ਸਤਿਗੁਰਾਂ ਨੇ ਕਰੜੀ ਮਿਹਨਤ ਦਾ ਖੰਡ, ਸਰਮ ਖੰਡ ਕਿਹਾ ਹੈ। ਆਓ ਹੁਣ ਆਪਾਂ ਅਗਲੀ ਪੌੜੀ ਦੀ ਵਿਚਾਰ ਕਰ ਲਈਏ ਜੀ। ਕਰਮ ਖੰਡ ਕੀ ਬਾਣੀ ਜ਼ੋਰ। ਕਰਮ ਦਾ ਅਰਥ ਹੈ ਬਖਸ਼ਿਸ਼, ਤੇ ਬਾਣੀ ਦੇ ਜਿਵੇਂ ਆਪਾਂ ਪਿਛਲੀ ਪੌੜੀ ਦੇ ਵਿੱਚ ਅਰਥ ਕੀਤੇ ਹਨ ਬਣਾਵਟ, ਤੇ ਜ਼ੋਰ ਦਾ ਅਰਥ ਹੈ ਬਲ ਤੇ ਤਾਕਤ। ਸਤਿਗੁਰੂ ਜੀ ਕਹਿੰਦੇ ਹਨ ਕਿ ਜੋ ਬਖਸ਼ਿਸ਼ ਵਾਲੀ ਅਵਸਥਾ ਹੈ, ਜਿਹਨੂੰ ਕਰਮ ਖੰਡ ਦਾ ਨਾਮ ਦਿੱਤਾ ਹੈ ਸਤਿਗੁਰਾਂ ਨੇ, ਉਹਦਾ ਜੋ ਬਣਾਵਟ ਹੈ ਉਹ ਜ਼ੋਰ ਹੈ, ਭਾਵ ਬਲ ਹੈ। ਭਾਵ ਜਦੋਂ ਮਨੁੱਖ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਅਕਾਲ ਪੁਰਖ ਦੀ, ਉਹਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ, ਤਾਂ ਉਸ ਦੇ ਅੰਦਰ ਅੱਤ ਦਾ ਬਲ ਪੈਦਾ ਹੋ ਜਾਂਦਾ ਹੈ। ਉਹਦੀ ਸਟਰੈਂਥ ਜੋ ਹੈ ਉਹ ਅੱਤ ਦੀ ਹੋ ਜਾਂਦੀ ਹੈ, ਇੰਨੀ ਵੱਡੀ ਹੋ ਜਾਂਦੀ ਹੈ ਕਿ ਇਸ ਜਗਤ ਦਾ ਕੋਈ ਡਰ, ਕੋਈ ਲਾਲਚ, ਕੋਈ ਭੈ ਉਹਨੂੰ ਅਸਰ ਨਹੀਂ ਕਰ ਸਕਦਾ। ਮਾਇਆ ਉਹਦੇ ਉੱਤੇ ਆਪਣਾ ਜ਼ੋਰ ਨਹੀਂ ਚਲਾ ਸਕਦੀ। ਵਿਸ਼ੇ ਵਿਕਾਰ ਉਹਦੇ ਅੱਗੇ ਢਿੱਲੇ ਪੈ ਜਾਂਦੇ ਹਨ। ਵਿਸ਼ੇ ਵਿਕਾਰ ਉਹਦੇ ਤੇ ਆਪਣਾ ਅਸਰ ਨਹੀਂ ਪਾ ਸਕਦੇ। ਭਾਵ ਉਹ ਇਤਨੇ ਬਲ ਵਾਲਾ ਹੋ ਜਾਂਦਾ ਹੈ ਤੇ ਤਿੱਥੈ ਹੋਰ ਨਾ ਕੋਈ ਹੋਰ। ਕਾਰਨ ਕੀ ਹੈ ਕਿ ਜਦੋਂ ਅਕਾਲ ਪੁਰਖ ਦੀ ਬਖਸ਼ਿਸ਼ ਹੋ ਗਈ ਤਾਂ ਤਿੱਥੈ ਭਾਵ ਇਸ ਕਰਮ ਖੰਡ ਦੀ ਅਵਸਥਾ ਦੇ ਵਿੱਚ ਹੋਰ ਨਾ ਕੋਈ ਹੋਰ। ਭਾਵ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਦੂਜਾ ਰਹਿ ਨਹੀਂ ਜਾਂਦਾ। ਐਸੇ ਮਨੁੱਖ ਦੇ ਅੰਦਰ, ਐਸੇ ਵਡਭਾਗੇ ਮਨੁੱਖ ਦੇ ਅੰਦਰ ਜਿਹਦੇ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ, ਉਹਦੇ ਅੰਦਰ ਬਸ ਕੇਵਲ ਅਕਾਲ ਪੁਰਖ ਹੀ ਵਸਦਾ ਹੈ। ਉਸ ਦੇ ਅੰਦਰ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਕਿਸੇ ਦੀ ਜਗ੍ਹਾ ਨਹੀਂ ਹੈ। ਅਕਾਲ ਪੁਰਖ ਹੀ ਉਸ ਦੇ ਅੰਦਰ ਹੁੰਦਾ ਹੈ ਸਿਰਫ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਇਸ ਅਵਸਥਾ ਵਿੱਚ ਪਹੁੰਚ ਗਏ, ਤਿੱਥੈ ਜੋਧ ਮਹਾਬਲ ਸੂਰ। ਜੋਧ ਦਾ ਅਰਥ ਹੈ ਜੋਧੇ, ਮਹਾਬਲ ਭਾਵ ਮਹਾਬਲੀ, ਵੱਡੇ ਬਲ ਵਾਲੇ, ਤੇ ਸੂਰ ਦਾ ਅਰਥ ਹੈ ਸੁਰ। ਜਿਹੜੇ ਵਿਅਕਤੀ ਇਹਦੇ ਵਿੱਚ ਪਹੁੰਚ ਜਾਂਦੇ ਹਨ ਉਹ ਫਿਰ ਵੱਡੇ ਸੂਰਮੇ ਬਣ ਜਾਂਦੇ ਹਨ। ਜਿਨ੍ਹਾਂ ਤੇ ਇਹ ਬਖਸ਼ਿਸ਼ ਹੋ ਜਾਂਦੀ ਹੈ ਉਹ ਵੱਡੇ ਸੂਰਮੇ, ਯੋਧੇ ਤੇ ਮਹਾਬਲੀ ਬਣ ਜਾਂਦੇ ਹਨ। ਔਰ ਮਹਾਬਲੀ ਕਿਉਂ ਬਣ ਜਾਂਦੇ ਹਨ, ਯੋਧੇ ਸੂਰਮੇ ਕਿਉਂ ਬਣ ਜਾਂਦੇ ਹਨ? ਕਿਉਂ? ਕਿਉਂਕਿ ਤਿੰਨ ਮਹਿ ਰਾਮ ਰਿਹਾ ਭਰਪੂਰ। ਕਿਉਂਕਿ ਉਹਨਾਂ ਦੇ ਅੰਦਰ ਰਾਮ, ਵਾਹਿਗੁਰੂ ਅਕਾਲ ਪੁਰਖ, ਉਹਨਾਂ ਦੇ ਅੰਦਰ ਭਰਪੂਰ। ਭਰਪੂਰ ਦਾ ਅਰਥ ਹੈ ਕਿ ਜਿੰਨੀ ਅੰਦਰ ਜਗ੍ਹਾ ਹੈ ਉਹ ਸਾਰੀ ਉਹਦੇ ਨਾਲ ਕਿਸੇ ਚੀਜ਼ ਨਾਲ ਭਰ ਦਈਏ ਤੇ ਕਹਿ ਦਿੰਦੇ ਹਾਂ ਅਸੀਂ ਕਿ ਭਰਪੂਰ ਹੋ ਗਈ। ਭਾਵ ਇਹ, ਜੇ ਅਸੀਂ ਆਮ ਭਾਸ਼ਾ ਦੀ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਅੰਦਰ ਅਕਾਲ ਪੁਰਖ, ਉਹਨਾਂ ਦੇ ਰੋਮ ਰੋਮ ਦੇ ਵਿੱਚ ਅਕਾਲ ਪੁਰਖ ਵਸ ਰਿਹਾ ਹੁੰਦਾ ਹੈ, ਤੇ ਉਹ ਵੱਡੇ ਸੂਰਮੇ, ਵੱਡੇ ਯੋਧੇ ਤੇ ਮਹਾਬਲੀ ਬਣ ਜਾਂਦੇ ਹਨ, ਜਿਨ੍ਹਾਂ ਦੇ ਉੱਤੇ ਜਗਤ ਦੇ ਵਿਸ਼ੇ ਵਿਕਾਰ, ਮਾਇਆ ਤੇ ਹੋਰ ਕੋਈ ਵੀ ਚੀਜ਼ ਜੋ ਹੈ ਉਹ ਅਸਰ ਨਹੀਂ ਕਰ ਸਕਦੀ। ਉਹਨਾਂ ਦੀ ਅਵਸਥਾ ਸਤਿਗੁਰੂ ਅੱਗੇ ਬਿਆਨ ਕਰਦੇ ਹਨ। ਤਿੱਥੈ ਸੀਤੋ ਸੀਤਾ ਮਹਿਮਾ ਮਾਹੀ। ਤਿੱਥੈ ਭਾਵ ਬਖਸ਼ਿਸ਼ ਦੀ ਅਵਸਥਾ ਵਿੱਚ ਪੁੱਜੇ ਹੋਏ ਮਨੁੱਖ, ਉਹਨਾਂ ਦੇ ਵਿੱਚ ਕੀ ਹਾਲਤ ਹੁੰਦੀ ਹੈ? ਸੀਤੋ ਸੀਤਾ। ਸੀਤਾ ਅਸੀਂ ਕਹਿੰਦੇ ਹਾਂ ਜਦੋਂ ਦੋ ਕੱਪੜਿਆਂ ਨੂੰ ਸੀ ਦਈਏ, ਉਹਦੇ 'ਚ ਕੋਈ ਨੁਕਸ ਹੋਵੇ ਆਪਾਂ ਸੀ ਕੇ ਦੂਰ ਕਰ ਦਿੰਦੇ ਹਨ। ਸੀਤਾ ਹੋਇਆ, ਸੀਤੋ ਸੀਤਾ, ਦੋ ਵਾਰ ਸਤਿਗੁਰਾਂ ਨੇ ਲਫ਼ਜ਼ ਵਰਤਿਆ ਹੈ। ਭਾਵ ਕਿ ਉਹ ਚੰਗੀ ਤਰ੍ਹਾਂ ਸੀਤਾ ਹੋਇਆ ਹੈ, ਜਿਵੇਂ ਪਰੋ ਦਿੱਤਾ ਜਾਂਦਾ ਹੈ ਕਿਸੇ ਚੀਜ਼ ਨੂੰ ਸੀ ਕੇ। ਕਿਸ ਚੀਜ਼ ਦੇ ਵਿੱਚ? ਮਹਿਮਾ ਮਾਹੀ। ਮਹਿਮਾ ਭਾਵ ਅਕਾਲ ਪੁਰਖ ਦੀ ਸਿਫਤ ਸਲਾਹ, ਵਡਿਆਈ ਦੇ ਵਿੱਚ। ਇਸ ਅਵਸਥਾ ਦੇ ਵਿੱਚ ਜਿਹੜੇ ਮਨੁੱਖ ਪਹੁੰਚ ਜਾਂਦੇ ਹਨ ਉਹ ਇਉਂ ਸਮਝ ਲਓ ਕਿ ਅਕਾਲ ਪੁਰਖ ਦੀ ਸਿਫਤ ਸਲਾਹ ਤੇ ਵਡਿਆਈ ਦੇ ਵਿੱਚ ਜਿਵੇਂ ਬੰਦਾ ਪਰੋਇਆ ਜਾਂਦਾ ਹੈ, ਉਹਨਾਂ ਦਾ ਮਨ ਅਕਾਲ ਪੁਰਖ ਦੀ ਸਿਫਤ ਸਲਾਹ ਵਿੱਚ ਪਰੋਤਾ ਹੋਇਆ ਹੈ, ਉਹਨੂੰ ਜਿਵੇਂ ਪਰੋ ਦਿੱਤਾ ਗਿਆ ਹੈ। ਭਾਵ ਉਹਨਾਂ ਦੇ ਅੰਦਰ ਹੋਰ ਕੋਈ ਥਾਂ ਹੀ ਨਹੀਂ। ਤੇ ਅਜਿਹੇ ਵਿਅਕਤੀਆਂ ਦੇ ਤਾਂ ਕੇ ਰੂਪ ਨਾ ਕਥਨੇ ਜਾਣ। ਉਹਨਾਂ ਦੇ ਰੂਪ ਅਜਿਹੇ ਸੁੰਦਰ ਬਣ ਜਾਂਦੇ ਨੇ। ਅਸੀਂ ਆਮ ਵੀ ਜੀਵਨ ਦੇ ਵਿੱਚ ਦੇਖਦੇ ਹਾਂ, ਜਦੋਂ ਮਨੁੱਖ ਦਾ ਅੰਦਰ ਸੁੰਦਰ ਹੁੰਦਾ ਹੈ ਤਾਂ ਬਾਹਰ ਵੀ ਸੁੰਦਰ ਹੁੰਦਾ ਹੈ। ਜਿਸ ਵਿਅਕਤੀ ਦੇ ਅੰਦਰ ਸਾਨੂੰ ਗੁਣ ਦਿਸਦੇ ਹਨ, ਉਸ ਵਿਅਕਤੀ ਦੇ ਚਿਹਰੇ ਦੇ ਉੱਤੇ ਨੂਰ ਵੀ ਦਿਸਦਾ ਹੈ। ਅਸੀਂ ਆਮ ਇਹ ਕਹਿੰਦੇ ਹਾਂ ਕਿ ਮੈਂ
ਕਿਸੇ ਨੂੰ ਮਿਲਿਆ ਤੇ ਉਹਦੇ ਚਿਹਰੇ ਤੇ ਨੂਰ ਸੀ, ਦੱਸ ਰਿਹਾ ਸੀ ਕਿ ਉਹ ਗੁਰੂ ਨਾਲ ਕਿੰਨਾ ਜੁੜਿਆ ਹੋਇਆ ਹੈ। ਤਾਂ ਸਤਿਗੁਰੂ ਕਹਿੰਦੇ ਹਨ ਤਾਂ ਕਿ ਰੂਪ ਨਾ ਕਥਨੇ ਜਾਏ। ਉਹਨਾਂ ਦੇ ਸੋਹਣੇ ਰੂਪ ਜਿਹੜੇ ਹਨ ਉਹਨਾਂ ਨੂੰ ਅਸੀਂ ਵਰਣਨ ਹੀ ਨਹੀਂ ਕਰ ਸਕਦੇ, ਕਥੇ ਨਹੀਂ ਜਾ ਸਕਦੇ। ਕਥਨੇ ਨਾ ਕਥਨੇ ਜਾਏ ਭਾਵ ਕਥੇ ਨਹੀਂ ਜਾ ਸਕਦੇ। ਰੂਪ ਭਾਵ ਸੁੰਦਰਤਾ, ਉਹਨਾਂ ਦੇ ਜਿਹੜੇ ਸੁੰਦਰ ਰੂਪ ਹਨ, ਉਹਨਾਂ ਦੇ ਸੁੰਦਰ ਰੂਪ ਜਿਹੜੇ ਹਨ ਉਹ ਕਥੇ ਹੀ ਨਹੀਂ ਜਾ ਸਕਦੇ। ਉਹਨਾਂ ਦੇ ਚਿਹਰੇ ਤੋਂ ਕੇਵਲ ਨੂਰ ਹੀ ਨੂਰ ਝਲਕਦਾ ਹੈ। ਉਹਨਾਂ ਦੇ ਸਰੀਰ ਤੋਂ ਇਉਂ ਜਾਪਦਾ ਹੈ ਜਿਵੇਂ ਅਕਾਲ ਪੁਰਖ ਦੀ ਮਹਿਮਾ ਹੀ ਪ੍ਰਗਟ ਹੋ ਰਹੀ ਹੋਵੇ। ਨਾ ਉਹ ਮਰੈ ਨਾ ਠਾਗੇ ਜਾਏ। ਤੇ ਜਿਹੜੇ ਬਖਸ਼ੇ ਹੋਏ ਲੋਕ ਹੁੰਦੇ ਹਨ, ਬਖਸ਼ੇ ਹੋਏ ਭਗਤ ਹੁੰਦੇ ਹਨ, ਇਸ ਅਵਸਥਾ ਵਿੱਚ ਉਹਨਾਂ ਦੇ ਅੰਦਰ ਅਕਾਲ ਪੁਰਖ ਵਸਦਾ ਹੈ। ਨਾ ਉਹ ਮਰੈ, ਉਹ ਆਤਮਕ ਮੌਤ ਨਹੀਂ ਮਰਦੇ, ਉਹ ਆਤਮਿਕ ਮੌਤ ਨਹੀਂ ਮਰਦੇ। ਤੇ ਨਾ ਠਾਗੇ ਜਾਏ, ਉਹ ਠੱਗੇ ਨਹੀਂ ਜਾ ਸਕਦੇ। ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ। ਤਾਂ ਇਉਂ ਉਹਨਾਂ ਦੇ ਅੰਦਰ ਅਕਾਲ ਪੁਰਖ ਵਸਦਾ ਹੈ। ਬਖਸ਼ਿਸ਼ ਦੀ ਅਵਸਥਾ ਸਤਿਗੁਰਾਂ ਨੇ ਦੱਸੀ ਹੈ ਕਿ ਅੰਦਰ ਅਕਾਲ ਪੁਰਖ ਭਰਪੂਰ ਹੁੰਦਾ ਹੈ ਉਹਨਾਂ ਦੇ। ਇਸ ਅਵਸਥਾ ਦੇ ਵਿੱਚ ਉਹ ਆਤਮਿਕ ਮੌਤੇ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ। ਕਿਹਨਾਂ ਨੂੰ? ਜਿਨ ਕੈ ਰਾਮ ਵਸੈ ਮਨ ਮਾਏ, ਭਾਵ ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਸਦਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਹਨ ਤਿੱਥੈ ਭਗਤ ਵਸੈ ਕੇ ਲੋ। ਵਸੈ ਦਾ ਭਾਵ ਵਸਦੇ ਹਨ ਤੇ ਕੇ ਲੋ, ਲੋ ਦਾ ਭਾਵ ਹੈ ਲੋਕ ਜਾਂ ਭਵਨ। ਤੇ ਕੇ ਜੋ ਸ਼ਬਦ ਹੈ ਉਹਦਾ ਅਰਥ ਵੀ ਹੈ ਕਈ, ਜਿਵੇਂ ਆਪਾਂ ਅੱਗੇ ਵੀ ਇੱਕ ਵਾਰ ਇਹ ਵਰਤਿਆ ਹੈ। ਤਿੱਥੈ ਭਗਤ ਵਸੈ ਕੇ ਲੋ। ਹੁਣ ਇਸ ਅਵਸਥਾ ਦੇ ਵਿੱਚ ਸਤਿਗੁਰੂ ਕਹਿੰਦੇ ਹਨ ਕੌਣ ਵਸਦੇ ਹਨ, ਕਿਹੜੇ ਭਗਤ ਵਸਦੇ ਹਨ? ਕਈ ਲੋਕਾਂ ਦੇ, ਕਈ ਭਵਨਾਂ ਦੇ। ਤਾਂ ਕਈ ਭਵਨਾਂ ਦੇ ਭਗਤ ਜਿਹੜੇ ਹਨ ਉਹ ਇਸ ਅਵਸਥਾ ਦੇ ਵਿੱਚ ਵਸਦੇ ਹਨ। ਔਰ ਸਤਿਗੁਰੂ ਕਹਿੰਦੇ ਹਨ ਕਿ ਕਰੈ ਆਨੰਦ ਸੱਚਾ ਮਨ ਸੋਏ। ਕਰੈ ਆਨੰਦ ਭਾਵ ਉਹ ਆਨੰਦ ਕਰਦੇ ਹਨ, ਸਦਾ ਖਿੜੇ ਰਹਿੰਦੇ ਹਨ, ਸਦਾ ਵਿਗਾਸ ਵਿੱਚ ਰਹਿੰਦੇ ਹਨ। ਸੱਚਾ ਮਨ ਸੋਏ, ਮਨ ਦੇ ਅਰਥ ਹਨ ਮਨ ਵਿੱਚ, ਤੇ ਸੱਚਾ ਸੋਏ ਉਹ ਸਦਾ ਥਿਰ ਵਾਹਿਗੁਰੂ ਸੱਚਾ, ਸੱਚਾ ਹਰੀ ਅਕਾਲ ਪੁਰਖ। ਕਰੈ ਆਨੰਦ, ਉਹ ਫਿਰ ਵਿਗਾਸ ਦੇ ਵਿੱਚ ਰਹਿੰਦੇ ਹਨ, ਆਨੰਦ ਦੇ ਵਿੱਚ ਰਹਿੰਦੇ ਹਨ, ਖੇੜੇ ਦੇ ਵਿੱਚ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਉਹ ਸੱਚਾ ਅਕਾਲ ਪੁਰਖ ਵਸ ਰਿਹਾ ਹੁੰਦਾ। ਇਹ ਜੋ ਅਵਸਥਾ ਹੈ ਉਹਨੂੰ ਸਤਿਗੁਰਾਂ ਨੇ ਅੱਗੇ ਬਿਆਨ ਕੀਤਾ ਹੈ ਸੱਚਖੰਡ ਵਸੈ ਨਿਰੰਕਾਰ। ਇਹ ਸੱਚਖੰਡ ਦਾ ਕੀ ਅਰਥ ਹੈ ਕਿ ਉਹ ਅਵਸਥਾ ਜਿਹਨੂੰ ਬਖਸ਼ਿਸ਼ ਦੀ ਅਵਸਥਾ ਹੈ, ਉਹਦੇ ਵਿੱਚ ਕਹਿੰਦੇ ਹਨ ਕਿ ਇਹ ਬਖਸ਼ਿਸ਼ ਦੀ ਅਵਸਥਾ, ਬਖਸ਼ਿਸ਼ ਪ੍ਰਾਪਤ ਕਰਕੇ ਤੇ ਸੱਚਖੰਡ ਸਤਿਗੁਰੂ ਕਹਿੰਦੇ ਹਨ ਕਿ ਉਹ ਅਵਸਥਾ ਹੈ ਜਿਹਦੇ ਵਿੱਚ ਅਕਾਲ ਪੁਰਖ ਨਾਲ ਭਗਤ ਇੱਕ ਰੂਪ ਹੋ ਜਾਂਦਾ ਹੈ। ਇੱਕ ਰੂਪ ਹੋਣ ਵਾਲੀ ਅਵਸਥਾ ਨੂੰ ਸਤਿਗੁਰਾਂ ਨੇ ਸੱਚਖੰਡ ਕਹਿ ਦਿੱਤਾ ਹੈ ਕਿ ਇਸ ਅਵਸਥਾ ਦੇ ਵਿੱਚ ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਬਸ ਸਿਰਫ ਆਪ ਹੀ ਵਸਦਾ ਹੈ। ਜਿਵੇਂ ਕਿ ਹੋਰ ਥਾਵਾਂ ਦੇ ਉੱਤੇ ਵੀ ਇਸ ਅਵਸਥਾ ਦਾ ਜ਼ਿਕਰ ਕਰਦਿਆਂ ਹੋਇਆਂ, ਜਿਵੇਂ ਸਤਿਗੁਰੂ ਨੇ ਕਬੀਰ ਜੀ ਨੇ ਕੁਝ ਥਾਵਾਂ ਦੇ ਉੱਤੇ ਇਹਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ ਕਿ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕਿਆ ਪਛਾਣੇ। ਤਾਂ ਉਹ ਅਵਸਥਾ ਦੀ ਗੱਲ ਸਤਿਗੁਰੂ ਕਰ ਰਹੇ ਹਨ ਕਿ ਹੁਣ ਉਹਨਾਂ ਦੇ ਅਕਾਲ ਪੁਰਖ ਦੇ ਨਾਲ ਇੱਕ ਰੂਪ ਹੋ ਗਏ ਹਨ। ਇਹ ਸੱਚਖੰਡ ਦੀ ਅਵਸਥਾ ਸਤਿਗੁਰਾਂ ਨੇ ਕਹੀ ਹੈ। ਇਹ ਅੰਤਮ ਅਵਸਥਾ ਮਨੁੱਖ ਦੀ ਕਹੀ ਹੈ ਕਿ ਜਦੋਂ ਉਹ ਅਕਾਲ ਪੁਰਖ ਦੇ ਨਾਲ ਇੱਕ ਰੂਪ ਹੋ ਜਾਂਦਾ ਹੈ ਤੇ ਉਦੋਂ ਉਸ ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵਸਦਾ ਹੈ। ਕਰ ਕਰ ਵੇਖੈ ਨਦਰ ਨਿਹਾਲ। ਕਰ ਕਰ ਦਾ ਅਰਥ ਹੈ ਬਣਾ ਬਣਾ ਕੇ, ਇਸ ਸ੍ਰਿਸ਼ਟੀ ਨੂੰ ਬਣਾ ਬਣਾ ਕੇ। ਵੇਖੈ ਭਾਵ ਵੇਖਦਾ ਹੈ, ਸੰਭਾਲ ਕਰਦਾ ਹੈ। ਨਦਰ ਨਜ਼ਰ ਦੇ ਵਿੱਚ ਰੱਖਦਾ ਹੈ, ਨਿਹਾਲ ਕਰਨ ਵਾਲੀ ਨਜ਼ਰ ਦੇ ਵਿੱਚ, ਨਦਰ ਨਿਹਾਲ। ਤਾਂ ਉਹ ਅਕਾਲ ਪੁਰਖ ਵਸਦਾ ਹੈ ਭਗਤਾਂ ਦੇ ਅੰਦਰ, ਜੋ ਇਸ ਸ੍ਰਿਸ਼ਟੀ ਨੂੰ ਬਣਾ ਕੇ ਬੜੇ ਸੰਭਾਲ ਨਾਲ, ਮਿਹਰ ਦੀ ਨਜ਼ਰ ਦੇ ਨਾਲ ਸੰਭਾਲ ਸਾਰੀ ਸ੍ਰਿਸ਼ਟੀ ਦੀ ਕਰ ਰਿਹਾ ਹੁੰਦਾ ਹੈ। ਉਹ ਅਕਾਲ ਪੁਰਖ ਉਹਨਾਂ ਭਗਤਾਂ ਦੇ ਅੰਦਰ ਵਸਦਾ ਹੈ। ਤਿੱਥੈ ਖੰਡ ਮੰਡਲ ਵਰਪਣ। ਤਾਂ ਉਸ ਅਵਸਥਾ ਦੇ ਵਿੱਚ
ਜੋ ਭਗਤ ਹੈ ਉਸ ਦੀ ਦ੍ਰਿਸ਼ਟੀ ਵਰਭੰਡ ਦਾ ਮਤਲਬ ਬ੍ਰਹਿਮੰਡ, ਖੰਡ ਤੇ ਮੰਡਲ, ਇਹਦੇ ਅਸੀਂ ਕਈ ਵਾਰ ਅਰਥ ਕਰ ਚੁੱਕੇ ਹਾਂ ਕਿ ਜੋ ਇਸ ਸ੍ਰਿਸ਼ਟੀ ਦੇ ਹਿੱਸਿਆਂ ਨੂੰ ਨਾਮ ਦਿੱਤੇ ਗਏ ਹਨ। ਤਾਂ ਸਤਿਗੁਰੂ ਕਹਿੰਦੇ ਹਨ ਕਿ ਇਸ ਇੱਕ ਰੂਪ ਹੋਣ ਵਾਲੀ ਅਵਸਥਾ ਦੇ ਵਿੱਚ ਮਨੁੱਖ ਨੂੰ ਖੰਡ ਮੰਡਲ ਤੇ ਬ੍ਰਹਿਮੰਡ, ਇਹ ਹਰ ਚੀਜ਼ ਬੇਅੰਤ ਗਿਣਤੀ ਦੇ ਵਿੱਚ ਬੇਅੰਤ ਬੇਅੰਤ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇ ਕੋ ਕਥਾ ਹੈ ਤਾਂ ਅੰਤ ਅੰਤ ਭਾਵ, ਜੇ ਕੋਈ ਬੰਦਾ, ਜੇ ਕੋਈ ਮਨੁੱਖ ਕਥਾ ਦੱਸਣ ਦਾ ਯਤਨ ਕਰੇ, ਬਿਆਨ ਕਰੇ, ਤਾਂ ਅੰਤ ਨਾ ਅੰਤ, ਤਾਂ ਇਹਨਾਂ ਮੰਡਲਾਂ ਤੇ ਬ੍ਰਹਿਮੰਡਾਂ ਦੇ ਅੰਤ ਨਹੀਂ ਪੈ ਸਕਦੇ। ਇਹ ਬ੍ਰਹਿਮੰਡ ਜੋ ਇੰਨੇ ਬੇਅੰਤ ਹਨ, ਜਿਹੜੇ ਖੰਡ ਮੰਡਲ ਵਰਭੰਡ ਦੀ ਸਤਿਗੁਰਾਂ ਨੇ ਗੱਲ ਕੀਤੀ ਹੈ, ਜੇ ਕੋਈ ਮਨੁੱਖ ਉਹਨਾਂ ਦਾ ਕਥਨ ਕਰਨ ਦਾ ਯਤਨ ਕਰੇ ਤਾਂ ਉਹ ਬਿਆਨ ਤੋਂ ਬਾਹਰ ਹਨ, ਉਹਨਾਂ ਦੇ ਗਿਣਤੀ ਦਾ ਅੰਤ ਨਹੀਂ ਪੈ ਸਕਦਾ, ਓੜਕ ਨਹੀਂ ਪਾਇਆ ਜਾ ਸਕਦਾ। ਤਿੱਥੈ ਲੋ ਲੋ ਆਕਾਰ, ਉਸ ਅਵਸਥਾ ਦੇ ਵਿੱਚ ਬੇਅੰਤ ਭਵਨ, ਬੇਅੰਤ ਆਕਾਰ ਉਹ ਦਿਸਣੇ ਸ਼ੁਰੂ ਹੁੰਦੇ ਹਨ। ਅਕਾਲ ਪੁਰਖ ਤੇ ਜੋ ਬਣਾਏ ਹੋਏ ਹਨ, ਉਹ ਭਗਤ ਨੂੰ ਸਹਿਜੇ ਹੀ ਸੁਖੈਨ ਤਰੀਕੇ ਦੇ ਨਾਲ ਹੀ ਉਸ ਅਵਸਥਾ ਵਿੱਚ ਪਹੁੰਚ ਕੇ ਦਿਸਦੇ ਹਨ। ਜਿਵ ਜਿਵ ਹੁਕਮ ਤੇ ਵਹਿ ਤੇ ਵਿਕਾਰ, ਇਹ ਜਿਹੜੇ ਸਾਰਾ ਸਤਿਗੁਰਾਂ ਨੇ ਡਿਸਕ੍ਰਾਈਬ ਕੀਤਾ ਹੈ, ਖੰਡ ਮੰਡਲ ਵਰਭੰਡ ਲੋ ਲੋ ਆਕਾਰ, ਤੇ ਜਦੋਂ ਇਹ ਦਿਸਦੇ ਹਨ ਤਾਂ ਉਹਨੂੰ ਪ੍ਰਤੱਖ ਕੀ ਦਿਸਦਾ ਹੈ ਕਿ ਇਹਨਾਂ ਸਭ ਥਾਵਾਂ ਦੇ ਉੱਤੇ ਜਿਹੜੀ ਉਹਨੇ ਬਣਾਈ ਹੈ, ਜਿਹੜੀ ਉਹ ਸੰਭਾਲ ਰਿਹਾ ਹੈ ਸ੍ਰਿਸ਼ਟੀ, ਜਿਹੜੇ ਖੰਡ ਮੰਡਲ ਵਰਭੰਡ ਬਣਾਏ ਹਨ, ਲੋਕ ਕਈ ਬਣਾਏ ਹਨ, ਕਈ ਆਕਾਰ ਬਣਾਏ ਹਨ, ਇਹਨਾਂ ਸਭ ਦੇ ਵਿੱਚ ਹੋ ਕੀ ਰਿਹਾ ਹੈ? ਉਹ ਰਿਹਾ ਹੈ ਜਿਵ ਜਿਵ ਹੁਕਮ ਤੇ ਵਹਿ ਤੇ ਵਿਕਾਰ, ਕਿ ਜਿਉਂ ਉਸ ਦਾ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਹੀ ਇਹਨਾਂ ਸਾਰੀਆਂ ਥਾਵਾਂ ਤੇ ਉਹ ਕਾਰ ਚੱਲ ਰਹੀ ਹੈ। ਭਾਵ ਉਹਦਾ ਹੁਕਮ ਹੀ, ਉਹਦੀ ਰਜ਼ਾ ਹੀ ਸਭ ਥਾਈਂ ਵਰਤ ਰਹੀ, ਹੁਣ ਉਹਨੂੰ ਪ੍ਰਤੱਖ ਦਿਸਣੀ ਸ਼ੁਰੂ ਹੋ ਜਾਂਦੀ। ਸਤਿਗੁਰਾਂ ਨੇ ਪਹਿਲੀ ਪੌੜੀ ਦੇ ਵਿੱਚ ਸਾਡੇ ਸਾਹਮਣੇ ਜੋ ਸਾਡੇ ਜੀਵਨ ਦੀ ਸਭ ਤੋਂ ਵੱਡਾ ਟਾਰਗੇਟ ਹੈ ਸਾਡੇ ਸਾਹਮਣੇ ਰੱਖਿਆ ਸੀ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਤੇ ਉਹਦਾ ਉਹਨਾਂ ਨੇ ਜੋ ਸਾਨੂੰ ਰਾਹ ਦੱਸਿਆ ਸੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਉਹਦੇ ਹੁਕਮ ਵਿੱਚ ਸਾਨੂੰ ਚੱਲਣਾ ਪਵੇਗਾ। ਤੇ ਫਿਰ ਹੁਕਮ ਦੀ ਵਿਆਖਿਆ ਦੂਜੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਜੋ ਜੋ ਲਿਖ ਕੇ ਕੀਤੀ ਸੀ ਨਾ, ਉਹ ਸਤਿਗੁਰੂ ਇੱਥੇ ਕਹਿ ਰਹੇ ਹਨ ਕਿ ਇੱਥੇ ਪਹੁੰਚ ਕੇ ਜਦੋਂ ਸੱਚਖੰਡ ਦੀ ਅਵਸਥਾ ਵਿੱਚ ਸਤਿਗੁਰਾਂ ਦੇ ਜੋ ਸਮਝਾਏ ਹੋਏ ਰਸਤੇ ਦੇ ਉੱਤੇ ਚੱਲ ਕੇ ਜਗਿਆਸੂ ਜਦੋਂ ਚੱਲਦਾ ਹੈ, ਤਾਂ ਉਹ ਹੁਕਮ ਜਿਸ ਨੂੰ ਪਹਿਲਾਂ ਸਮਝਾਉਣ ਦੀ ਲੋੜ ਸੀ ਕਿ ਸਭ ਕੁਝ ਹੁਕਮ ਵਿੱਚ ਚੱਲ ਰਿਹਾ ਹੈ, ਸਤਿਗੁਰਾਂ ਨੇ ਪੂਰਾ ਸਾਨੂੰ ਸਮਝਾਇਆ ਕਿ ਇਸ ਜਗਤ ਦੀ ਪੂਰੀ ਕਾਰ ਹੁਕਮ ਵਿੱਚ ਚੱਲ ਰਹੀ ਹੈ। ਹੁਣ ਸਤਿਗੁਰੂ ਕਹਿ ਰਹੇ ਹਨ, ਹੁਣ ਇਹ ਪ੍ਰਤੱਖ ਨਜ਼ਰ ਆਉਣਾ ਨੂੰ ਸ਼ੁਰੂ ਹੋ ਜਾਂਦਾ ਹੈ ਕਿ ਇਹ ਸਾਰੇ ਖੰਡ ਮੰਡਲ ਵਰਭੰਡ ਲੋ ਲੋ ਆਕਾਰ, ਇਹਨਾਂ ਸਾਰੇ ਜਿਹੜੇ ਉਹਨੂੰ ਦਿਸਦੇ ਹਨ ਬੇਅੰਤ ਗਿਣਤੀ, ਅੰਤ ਨਾ ਅੰਤ ਦੀ ਗਿਣਤੀ ਦੇ ਵਿੱਚ, ਉੱਥੇ ਉਹਨੂੰ ਪ੍ਰਤੱਖ ਦਿਸਣਾ ਸ਼ੁਰੂ ਹੋ ਜਾਂਦਾ ਹੈ ਕਿ ਇੱਥੇ ਸਿਰਫ ਉਹਦਾ ਹੀ ਹੁਕਮ ਹੀ ਵਰਤ ਰਿਹਾ ਹੈ। ਔਰ ਉਹ ਅਕਾਲ ਪੁਰਖ ਜੋ ਹੈ ਉਹ ਵੇਖੈ ਵਿਗਸੈ ਕਰ ਵਿਚਾਰ, ਕਰ ਵਿਚਾਰ ਭਾਵ ਵਿਚਾਰ ਕਰਕੇ, ਵੇਖੈ ਸੰਭਾਲ ਕਰਦਾ ਹੈ, ਕਿ ਵਿਗਸੈ ਭਾਵ ਵਿਗਸਦਾ ਹੈ, ਖੁਸ਼ ਹੁੰਦਾ ਹੈ, ਆਨੰਦ ਵਿੱਚ ਹੈ। ਉਹ ਅਕਾਲ ਪੁਰਖ ਜੋ ਹੈ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ, ਪੂਰੀ ਵਿਚਾਰ ਦੇ ਨਾਲ ਸੰਭਾਲ ਕਰ ਰਿਹਾ ਹੈ। ਉਹਨੂੰ ਇਹ ਪ੍ਰਤੱਖ ਦਿਸਣਾ ਸ਼ੁਰੂ ਹੋ ਜਾਂਦਾ ਹੈ ਕਿ ਅਕਾਲ ਪੁਰਖ ਇਹ ਸੰਭਾਲ ਕਰ ਰਿਹਾ ਹੈ, ਔਰ ਉਹ ਖੁਸ਼ ਹੋ ਕੇ ਆਨੰਦ ਦੇ ਵਿੱਚ ਉਹ ਸੰਭਾਲ ਕਰ ਰਿਹਾ ਹੈ। ਨਾਨਕ ਕਥਨਾ ਕਰੜਾ ਸਾਰ, ਕਥਨਾ ਦਾ ਭਾਵ ਹੈ ਕਥਨ ਕਰਨਾ, ਬਿਆਨ ਕਰਨਾ। ਕਰੜਾ ਸਾਰ, ਬੜਾ ਕਰੜਾ ਹੈ, ਬੜਾ ਔਖਾ ਹੈ, ਤੇ ਸਾਰ ਕਹਿੰਦੇ ਹਨ ਲੋਹੇ ਨੂੰ। ਕਰੜਾ ਸਾਰ ਵੀ ਜਿਵੇਂ ਲੋਹਾ ਕਰੜਾ ਹੈ, ਇਸੇ ਤਰ੍ਹਾਂ ਹੀ ਇਹ ਬਿਆਨ ਵੀ ਕਰਨਾ ਇਹ ਬੜਾ ਕਰੜਾ ਹੈ, ਬੜਾ ਔਖਾ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਇਸ ਅਵਸਥਾ ਦਾ ਜੋ ਸੱਚਖੰਡ ਵਿੱਚ ਪਹੁੰਚ ਕੇ ਭਗਤ ਦੀ ਹੋ ਜਾਂਦੀ ਹੈ, ਉਸ ਦਾ ਬਿਆਨ ਕਰਨਾ, ਉਸ ਅਵਸਥਾ ਦਾ ਬਿਆਨ ਕਰਨਾ ਬੜਾ ਔਖਾ ਹੈ। ਇਹ ਬਿਆਨ ਨਹੀਂ ਹੋ ਸਕਦੀ, ਇਹ ਕੇਵਲ ਅਨੁਭਵ ਹੀ ਕੀਤੀ ਜਾ ਸਕਦੀ ਹੈ, ਇਹ ਕਥੀ ਨਹੀਂ ਜਾ ਸਕਦੀ। ਤੋ ਅੱਜ ਦੀ ਪੌੜੀ ਜੋ ਅਸੀਂ ਪੜ੍ਹੀ ਹੈ, ਇਹਦੇ ਵਿੱਚ ਸਤਿਗੁਰਾਂ ਨੇ ਅਗਲੇ 2 ਖੰਡਾਂ ਦੀ ਗੱਲ ਕੀਤੀ ਹੈ, ਕਰਮ ਖੰਡ ਤੇ ਸੱਚਖੰਡ ਦੀ।
ਤੇ ਜੋ ਵਿਚਾਰ ਕੀਤੀ ਹੈ ਅੱਜ ਆਪ ਜੀ ਦੇ ਨਾਲ, ਉਸ ਵਿੱਚ ਅਨੇਕ ਭੁੱਲਾਂ ਹੋ ਗਈਆਂ ਹੋਣਗੀਆਂ ਕਿ ਹੋਈਆਂ ਹੀ ਹੋਣਗੀਆਂ। ਆਪ ਜੀ ਨੇ ਕਿਰਪਾ ਕਰਕੇ ਖਿਮਾ ਕਰ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।